हाँ जी, सत श्री अकाल भाई सारिਆਂ ਨੂੰ ਸਕਸੈਸ ਟਰੀ ਪੰਜਾਬ ਦੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਨੈਬ ਤਹਿਸੀਲਦਾਰ ਦੇ ਪੇਪਰ ਨੂੰ ਆਪਣਾ ਬਸ ਕੁਝ ਕੁ ਦਿਨਾਂ ਦਾ ਸਮਾਂ ਬਚਿਆ ਹੈਗਾ। ਇਸ ਤੋਂ ਬਾਅਦ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਪੇਪਰ ਹੋਣ ਜਾ ਰਿਹਾ ਹੈ। ਤਾਂ ਇਹਨਾਂ ਦੋਨਾਂ ਇਮਤਿਹਾਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਸਾਡੇ PSSB ਦੇ ਕਾਫੀ ਪੇਪਰ ਪਿਛਲੇ ਸਮੇਂ 'ਚ ਹੋ ਕੇ ਹਟੇ ਨੇ। ਪਟਵਾਰੀ ਹੋਇਆ, ਐਕਸਾਈਜ਼ ਹੋਇਆਗਾ, ਵੀਡੀਓ ਅੱਗੇ ਕਦੇ ਵੀ ਹੋ ਸਕਦਾ ਹੈ। PSSB ਦੇ ਪੇਪਰ ਇਹੋ ਜਿਹੇ ਸੀਗੇ ਜਿਨ੍ਹਾਂ ਦੇ ਵਿੱਚ ਮੈਥ ਦਾ ਜਿਹੜਾ ਸਾਰੇ ਦਾ ਸਾਰਾ ਸਾਡਾ ਸਿਲੇਬਸ ਹੈ ਉਹ ਮੈਥ ਦੇ 15-17 ਚੈਪਟਰਾਂ ਦੇ ਉੱਤੇ ਨਿਰਧਾਰਿਤ ਹੁੰਦਾ ਹੈਗਾ। ਤਾਂ ਉਹ ਸਾਰੇ ਸਿਲੇਬਸ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ, ਨੰਬਰ ਸਿਸਟਮ ਚੋਂ ਕੁਐਸਚਨ ਪੁੱਛੇ ਜਾਂਦੇ ਆ। ਪਰ ਨੈਬ ਤਹਿਸੀਲਦਾਰ ਜਾਂ PPSC ਦੇ ਬਾਕੀ ਪੇਪਰ ਵੀ ਤੇ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਪੇਪਰ ਨੇ ਜਿਨ੍ਹਾਂ ਦੇ ਵਿੱਚ ਮੈਥ ਦਾ ਸਾਰਾ ਸਿਲੇਬਸ ਤਾਂ ਇੰਪੋਰਟੈਂਟ ਹੈਗਾ ਹੀ ਆ, ਉਹਦੇ ਵਿੱਚੋਂ ਸਵਾਲ ਪੁੱਛੇ ਜਾਂਦੇ ਆ, ਨਾਲ DI ਦੇ ਵਿੱਚੋਂ ਸਵਾਲ ਪੁੱਛੇ ਜਾਂਦੇ ਆ। ਅਸੀਂ ਜੇ PPSC ਦੇ ਪੇਪਰਾਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ 2022 ਚ ਨੈਬ ਤਹਿਸੀਲਦਾਰ ਦਾ ਪੇਪਰ ਹੋਇਆ ਜਿਹੜਾ ਕੈਂਸਲ ਹੋ ਕੇ ਹੁਣ ਦੁਬਾਰਾ ਹੋਣ ਜਾ ਰਿਹਾ ਹੈਗਾ। ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਇਆ। ਦੋਨਾਂ ਪੇਪਰਾਂ 'ਚ 7-7 8-8 ਸਵਾਲ ਸਾਡੇ DI ਦੇ ਸੀਗੇ। ਸਬ ਇੰਸਪੈਕਟਰ ਦੇ ਪੇਪਰ ਦੀ ਗੱਲ ਕਰੀਏ ਤਾਂ 2021 ਦੀ ਗੱਲ ਕਰ ਲਓ, 2022 ਦੀ ਗੱਲ ਕਰ ਲਓ, 2022 ਚ TSS ਦੇ ਪੇਪਰ ਦੀ ਗੱਲ ਕਰ ਲਓ। ਇਹਨਾਂ ਪੇਪਰਾਂ ਦੇ ਵਿੱਚ DI ਵੱਖਰੇ ਰੂਪ ਚ ਮੈਂਸ਼ਨ ਹੈ। ਰੀਜ਼ਨਿੰਗ ਦਾ ਜਿਹੜਾ 50 ਨੰਬਰ ਦਾ ਸੈਕਸ਼ਨ ਹੈ ਉਹਦੇ ਵਿੱਚ ਉਹਨਾਂ ਨੇ DI ਮੈਂਸ਼ਨ ਕੀਤੇ ਤੇ 18 ਤੋਂ 20 ਸਵਾਲ DI ਦੇ ਪੁੱਛੇ ਜਾਣਗੇ। ਯਾਨੀ ਕਿ ਜਿਹੜੇ ਹੁਣ ਸਾਡੇ ਦੋ ਇਮਤਿਹਾਨ ਬਿਲਕੁਲ ਐਨ ਮੂਵਮੈਂਟ ਤੇ ਹੋਣ ਜਾ ਰਹੇ ਨੇਗੇ, ਇਹਨਾਂ ਦੋਨਾਂ ਚ DI ਬਹੁਤ ਇੰਪੋਰਟੈਂਟ ਹੈ। ਖਾਸ ਕਰਕੇ ਨੈਬ ਤਹਿਸੀਲਦਾਰ ਦੀ ਗੱਲ ਕਰੀਏ ਤਾਂ ਨੈਬ ਦੇ ਪੇਪਰ ਦੇ ਵਿੱਚ DI ਦੇ ਬਾਕੀ ਕੰਪੋਨੈਂਟਸ ਲਾਈਨ ਚਾਰਟ, ਪਾਈ ਚਾਰਟ, ਡਾਟਾ ਟੇਬਲ, ਬਾਰ ਗ੍ਰਾਫ ਤੇ ਇਹਨਾਂ ਦੇ ਵਿੱਚੋਂ ਮਿਕਸ ਚਾਰਟ ਨਿਕਲੇ ਹੁੰਦਾ, ਰਡਾਰ ਗ੍ਰਾਫ ਨਿਕਲੇ ਹੁੰਦੇ ਨੇਗੇ, ਸਪਾਈਡਰ ਗ੍ਰਾਫਸ ਨਿਕਲੇ ਹੁੰਦੇ ਨੇ। ਇਹ ਤਾਂ ਇੰਪੋਰਟੈਂਟ ਹੈਗੇ ਹੀ ਹੈਗੇ ਨੇ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਾਡੀ ਕੇਸ ਸਟੱਡੀਜ਼ ਜਾਂ ਕੇਸਲੈਟਸ ਕਹਿ ਦਿੰਦੇ ਨੇ, ਜਿਹਦੇ ਵਿੱਚ ਵੈਨ ਡਾਇਗਰਾਮ ਵਾਲੇ ਸਵਾਲ ਆਉਂਦੇ ਨੇ। ਤਾਂ ਵੈਨ ਡਾਇਗਰਾਮ ਵਾਲੇ ਸਵਾਲ ਨੇ ਜਿਹੜੇ PPSC ਨੇ ਬਹੁਤ मतलब इंटरस्ट लैके पुछे ने। 2018 के कोऑपरेटिव इंस्पैक्टर के पेपर के वैन डायग्राम का एक बहुत कमाल का सवाल पूछा गया सीगा। 2022 के नैब के पेपर च देखा गया। तो 2023 एक्सपैक्टेड है कि हुण नैब का पेपर होने जा रहा है। अगे साडा सीनियर असिस्टेंट का पेपर कदे भी हो सकता है। इन्हां पेपरां दे विच DI बहुत चंगे सवालों की सानू उम्मीद है पुछे जाणगे ते उहदे विच वैन डायग्राम वाले ਜਿਹੜੇ ਸਾਡੇ केस स्टडी ਦੇ ਸਵਾਲ ਨੇ ਉਹਨਾਂ ਦੇ ਆਉਣ ਦੀ ਵੀ ਪੂਰੀ ਸੰਭਾਵਨਾ ਹੈ। ਤਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਬਾਈ ਬਣ ਕੇ ਜਿੰਨੇ ਸਟੂਡੈਂਟਸ ਬੈਠੇ ਨੇਗੇ ਸੈਸ਼ਨ ਦੇ ਵਿੱਚ ਅਖੀਰ ਤੱਕ ਬੈਠੇ ਰਹੋ। ਅੱਜ ਦੇ ਇਸ ਸੈਸ਼ਨ ਦੇ ਵਿੱਚ ਮੈਂ ਵੈਨ ਡਾਇਗਰਾਮ ਵਾਲੇ ਸਵਾਲਾਂ ਦੀ ਪ੍ਰੈਕਟਿਸ ਕਰਾਉਂਗਾ। ਮੈਂ ਉਮੀਦ ਕਰੂੰਗਾ ਕਿ ਤੁਹਾਡੇ ਲਈ ਸਾਰੇ ਦੇ ਸਾਰੇ ਸਵਾਲ ਨਵੇਂ ਹੋਣਗੇ। ਮੈਂ 3 ਸਵਾਲ ਲੈ ਕੇ ਆਇਆ, ਮਤਲਬ 3 DI ਦੇ ਸੈੱਟ ਲੈ ਕੇ ਆਇਆ ਜਿਨ੍ਹਾਂ ਦੇ ਵਿੱਚ 5-5 ਸਵਾਲ ਹੋਣਗੇ। ਯਾਨੀ ਕਿ ਅੱਜ ਦੇ ਸੈਸ਼ਨ 'ਚ 15 ਸਵਾਲ ਕਰਾਂਗੇ ਆਪਾਂ। ਤਾਂ ਜਿਹੜੇ ਇਹ 3 DI ਦੇ ਸੈੱਟ ਹੋਣਗੇ, ਤਿੰਨੇ ਸੈੱਟ ਤੁਹਾਡੇ ਲਈ ਨਵੇਂ ਹੋਣਗੇ। ਇਹਦੇ ਵਿੱਚ ਪਹਿਲੇ 2 ਸੈੱਟ ਥੋੜੇ ਜਿਹੇ ਇੱਕ ਦੂਜੇ ਨਾਲ ਮਿਲਦੇ ਹੋਣਗੇ। ਜਿਹੜਾ 2018 ਦਾ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਇਆ, ਨੈਬ ਤਹਿਸੀਲਦਾਰ ਦਾ ਪੇਪਰ ਹੋਇਆ, ਉਹਦੇ ਨਾਲ ਮਿਲਦੇ ਜੁਲਦੇ ਸੈੱਟ ਹੋਣਗੇ। ਤੇ ਜਿਹੜਾ ਤੀਜਾ ਸੈੱਟ ਅੱਜ ਦੇ ਸੈਸ਼ਨ 'ਚ ਕਰਾਂਗੇ ਉਹ ਹੁਣ ਤੱਕ ਦੀ ਸਾਰੀ DI ਨੂੰ ਮਾਤ ਪਾਉਂਦਾ ਥੋੜਾ ਜਿਹਾ ਟਿਪੀਕਲ ਹੋਊਗਾ। ਤਾਂ ਬਾਈ ਬਣ ਕੇ ਧਿਆਨ ਨਾਲ ਕਰਨ ਵਾਲਾ ਸੈੱਟ ਹੈਗਾ। ਨੈਬ ਦੇ ਪੇਪਰ ਨੂੰ ਹਾਲਾਂਕਿ ਆਪਾਂ ਔਖਾ ਕਹਿੰਦੇ ਸੀਗੇ, ਪਰ ਆਪਾਂ ਜਿੰਨੀ ਕੁ DI ਦੀ ਪ੍ਰੈਕਟਿਸ ਕੀਤੀ ਸੀ, ਜਿੰਨੇ ਕੁ ਆਪਾਂ ਪਹਿਲੇ 2 ਸਵਾਲ 5+5 ਕਰ ਲਾਂਗੇ, ਇਹ ਇੱਥੇ ਲੱਗੂਗਾ ਕਿ ਨੈਬ ਦਾ ਪੇਪਰ ਸੌਖਾ ਸੀਗਾ ਜਦੋਂ ਤੀਜੇ ਸੈੱਟ ਨੂੰ ਹੱਥ ਪਾਵਾਂਗੇ। ਤਾਂ ਬਾਈ ਬਣ ਕੇ ਅਖੀਰ ਤੱਕ ਬੈਠੇ ਰਹੋ। ਜਿਹੜੇ ਸਟੂਡੈਂਟਸ ਬੈਠੇ ਨੇ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਬਿਨਾਂ ਸਮਾਂ ਖਰਾਬ ਕੀਤੇ ਸੈਸ਼ਨ ਸਟਾਰਟ ਕਰਦੇ ਹਾਂ। ਬੱਚੇ ਪਹਿਲਾ ਸਵਾਲ ਦੇਖੋ, ਸਾਨੂੰ ਇਨਫੋਰਮੇਸ਼ਨ ਕੀ ਦਿੱਤੀ ਹੋਈ ਹੈ। ਐਗਜ਼ਾਮੀਨਰ ਕਹਿੰਦਾ there are 450 students in a college। ਕਿਸੇ ਕਾਲਜ ਦੇ ਵਿੱਚ 450 ਸਟੂਡੈਂਟ ਨੇ। each student has to choose one or more elective subjects out of management, history and physics। ਕਹਿੰਦੇ ਕਿਸੇ ਕਾਲਜ ਦੇ ਵਿੱਚ 450 ਜਵਾਕ ਨੇ ਜਿਨ੍ਹਾਂ ਨੇ ਇਲੈਕਟਿਵ ਸਬਜੈਕਟ ਚੂਜ਼ ਕਰਨੇ ਆ। ਕਿੰਨੇ? 1 or more। ਇੱਕ ਵੀ ਚੂਜ਼ ਕਰ ਸਕਦੇ ਆ, ਇੱਕ ਤੋਂ ਜ਼ਿਆਦਾ ਵੀ ਚੂਜ਼ ਕਰ ਸਕਦੇ। ਕਿੰਨਿਆਂ ਚੋਂ? 3 ਸਬਜੈਕਟਾਂ ਚੋਂ, ਮੈਨੇਜਮੈਂਟ, ਹਿਸਟਰੀ ਤੇ ਫਿਜ਼ਿਕਸ ਦੇ ਵਿੱਚੋਂ। ਯਾਨੀ ਕਿ ਕੋਈ ਵੀ ਸਟੂਡੈਂਟ ਕੋਈ ਨਾ ਕੋਈ ਸਬਜੈਕਟ ਤਾਂ ਚੂਜ਼ ਕਰਨਾ ਹੀ ਹੈ। ਜਾਂ ਤਾਂ ਇੱਕ ਸਬਜੈਕਟ ਚੂਜ਼ ਕਰੂਗਾ, ਜਾਂ ਕੋਈ 2 ਕਰ ਲੂਗਾ, ਜਾਂ 3 ਹੀ ਕਰ ਲੂਗਾ। ਇਹੀ ਗੱਲ ਹੈ। ਉਹ ਕਹਿੰਦੇ ਬਾਕੀ ਸਾਰੀ ਇਨਫੋਰਮੇਸ਼ਨ ਹੇਠਾਂ ਦਿੱਤੀ ਹੈ ਕਿ 75 ਸਟੂਡੈਂਟਸ ਸਿਲੈਕਟਡ ਓਨਲੀ ਮੈਨੇਜਮੈਂਟ। 75 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੇ ਸਿਰਫ ਓਨਲੀ ਮੈਨੇਜਮੈਂਟ ਐਂਡ ਫਿਜ਼ਿਕਸ ਨੂੰ ਚੂਜ਼ ਕੀਤਾ। ਤਾਂ ਬਾਈ ਮੈਂ ਇਹ ਬਹੁਤ ਵਾਰ ਡਿਟੇਲ ਦੇ ਵਿੱਚ ਗੱਲ ਸਮਝਾਈ ਹੈ ਕਿ ਓਨਲੀ ਫਿਜ਼ਿਕਸ ਐਂਡ ਮੈਨੇਜਮੈਂਟ, ਜਦੋਂ ਇੱਥੇ ਓਨਲੀ ਮੈਨੇਜਮੈਂਟ ਐਂਡ ਫਿਜ਼ਿਕਸ ਜਦੋਂ ਲਿਖਿਆ ਹੋਇਆ, ਇਹਦਾ ਮਤਲਬ ਹੈ ਕਿ ਜਿਹੜੀ ਚੀਜ਼ ਦੇ ਨਾਲ ਓਨਲੀ ਲਿਖਤਾ, ਤੁਸੀਂ ਹਮੇਸ਼ਾ ਯਾਦ ਰੱਖਣਾ, ਜਿਹੜੀ ਚੀਜ਼ ਦੇ ਨਾਲ ਓਨਲੀ ਲਿਖਤਾ ਮਤਲਬ ਉਹੀ ਹੈ, ਉਸ ਤੋਂ ਬਿਨਾਂ ਕੱਟ ਹੈ। ਤਾਂ ਇੱਥੇ ਮੈਨੇਜਮੈਂਟ ਤੇ ਫਿਜ਼ਿਕਸ ਦੇ ਨਾਲ ਓਨਲੀ ਲਿਖਿਆ ਵੀ 75 ਬੱਚਿਆਂ ਨੇ ਆਹ 2 ਸਬਜੈਕਟ ਚੂਜ਼ ਕੀਤੇ। ਓਨਲੀ ਆਹ 2 ਸਬਜੈਕਟ ਮਤਲਬ ਉਹਨਾਂ ਨੇ ਹਿਸਟਰੀ ਨਹੀਂ ਚੂਜ਼ ਕੀਤੀ। ਤੇ ਜੇ ਕਿਤੇ ਇੱਥੇ ਬੱਚੇ ਓਨਲੀ ਦੀ ਜਗ੍ਹਾ, ਜੇ ਇੱਥੇ ਓਨਲੀ ਦੀ ਜਗ੍ਹਾ ਕੁਝ ਵੀ ਨਾ ਲਿਖਿਆ ਹੁੰਦਾ, 75 ਸਟੂਡੈਂਟਸ ਸਿਲੈਕਟਡ ਮੈਨੇਜਮੈਂਟ ਐਂਡ ਫਿਜ਼ਿਕਸ ਲਿਖਿਆ ਹੁੰਦਾ, ਜਾਂ ਬੋਥ ਮੈਨੇਜਮੈਂਟ ਐਂਡ ਫਿਜ਼ਿਕਸ ਲਿਖਿਆ ਹੁੰਦਾ, ਮਤਲਬ ਓਨਲੀ ਨਾ ਲਿਖਿਆ ਹੁੰਦਾ, ਫਿਰ ਉਹਦਾ ਮਤਲਬ ਸੀਗਾ ਕਿ ਮੈਨੇਜਮੈਂਟ ਤੇ ਫਿਜ਼ਿਕਸ ਤਾਂ ਦੋਨੇ ਚੂਜ਼ ਕੀਤੇ ਹੀ ਹੈ।
ਹੋ ਸਕਦਾ ਹਿਸਟਰੀ ਵੀ ਕੀਤੀ ਹੋਵੇ, ਹੋ ਸਕਦਾ ਨਾ ਕੀਤੀ ਹੋਵੇ। ਉਦੋਂ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਹਿਸਟਰੀ ਕੀਤੀ ਹੈ ਜਾਂ ਨਹੀਂ ਕੀਤੀ, ਉਹ ਕੱਲੇ ਮੈਨੇਜਮੈਂਟ ਫਿਜ਼ਿਕਸ ਵਾਲੇ ਆ ਜਾਂ ਮੈਨੇਜਮੈਂਟ ਫਿਜ਼ਿਕਸ ਦੇ ਨਾਲ ਹਿਸਟਰੀ ਵਾਲੇ ਵੀ ਹੈ। ਪਰ ਜਦੋਂ ਓਨਲੀ ਲਿਖਤਾ ਉਦੋਂ ਕਨਫਰਮ ਹੈ ਕਿ ਕੱਲੇ ਮੈਨੇਜਮੈਂਟ ਤੇ ਫਿਜ਼ਿਕਸ ਦੇ ਸਰਕਲ ਦੇ ਵਿੱਚ ਬੈਠਣਗੇ, ਹਿਸਟਰੀ ਤੋਂ ਬਾਹਰ ਹੋਣਗੇ। ਇਸੇ ਤਰ੍ਹਾਂ 84 ਸਟੂਡੈਂਟ ਇਹੋ ਜਿਹੇ ਨੇ ਜਿਨ੍ਹਾਂ ਨੇ ਓਨਲੀ ਮੈਨੇਜਮੈਂਟ ਐਂਡ ਹਿਸਟਰੀ ਤੇ 52 ਸਟੂਡੈਂਟ ਇਹੋ ਜਿਹੇ ਨੇ ਜਿਨ੍ਹਾਂ ਨੇ ਓਨਲੀ ਫਿਜ਼ਿਕਸ ਐਂਡ ਹਿਸਟਰੀ ਚੂਜ਼ ਕੀਤੀ। ਉਹ ਕਹਿੰਦੇ ਨੰਬਰ ਆਫ ਸਟੂਡੈਂਟਸ ਹੂ ਸਿਲੈਕਟਡ ਓਨਲੀ ਹਿਸਟਰੀ, ਆਹ ਕੱਲਾ ਇੱਕ ਸਬਜੈਕਟ ਆ ਗਿਆ ਓਨਲੀ ਹਿਸਟਰੀ, ਉਹ ਕਿੰਨੇ ਆ 137 ਮਾਈਨਸ 137 ਚੋਂ ਕੀ ਮਾਈਨਸ ਕਰਨਾ ਹੈ, ਨੰਬਰ ਆਫ ਸਟੂਡੈਂਟ ਹੂ ਸਿਲੈਕਟਡ ਓਨਲੀ ਮੈਨੇਜਮੈਂਟ। ਤਾਂ ਸਬਜੈਕਟਾਂ ਦੇ ਨਾਲ ਓਨਲੀ ਲਿਖਿਆ ਜਾਂ ਨਹੀਂ ਲਿਖਿਆ ਇਹਦੇ ਨਾਲ ਸਾਰੀ ਇਕੁਏਸ਼ਨ ਚੇਂਜ ਹੋ ਜਾਂਦੀ ਹੈ, ਸਾਰਾ ਮਤਲਬ ਬਦਲ ਜਾਂਦਾ ਹੈ। ਤਾਂ ਬਾਈ ਬਣ ਕੇ ਧਿਆਨ ਨਾਲ ਦੇਖਣਾ ਹੈ। ਉਹ ਕਹਿੰਦੇ ਓਨਲੀ ਹਿਸਟਰੀ ਵਾਲੇ ਆ ਜਿਹੜੇ, ਉਹ ਕਿੰਨੇ ਆ 137 ਮਾਈਨਸ ਓਨਲੀ ਮੈਨੇਜਮੈਂਟ ਵਾਲੇ। ਅਖੀਰ ਤੇ ਕਹਿੰਦੇ 238 ਸਟੂਡੈਂਟਸ ਸਿਲੈਕਟਡ ਮੈਨੇਜਮੈਂਟ ਐਜ਼ ਐਨ ਇਲੈਕਟਿਵ। ਇੱਥੇ ਮੈਨੇਜਮੈਂਟ ਦੇ ਨਾਲ ਓਨਲੀ ਨਹੀਂ ਲਿਖਿਆ, ਮਤਲਬ ਮੈਨੇਜਮੈਂਟ ਦਾ ਪੂਰਾ ਸਰਕਲ ਉਹ 238 ਹੈ ਤੇ 240 ਸਟੂਡੈਂਟਸ ਸਿਲੈਕਟਡ ਹਿਸਟਰੀ ਐਜ਼ ਐਨ ਇਲੈਕਟਿਵ। ਹਿਸਟਰੀ ਦੇ ਨਾਲ ਵੀ ਓਨਲੀ ਨਹੀਂ ਲਿਖਿਆ। ਤਾਂ ਇਹ ਗੱਲਾਂ ਦਾ ਧਿਆਨ ਰੱਖਣਾ, ਡੀਆਈ ਦੇ ਵਿੱਚ ਹੋਰ ਕਿਸੇ ਚੀਜ਼ ਦਾ ਧਿਆਨ ਨਹੀਂ ਰੱਖਣਾ ਆਪਣੇ ਕੋਲ, ਕਿਉਂਕਿ 3 ਸਬਜੈਕਟ ਨੇ। ਵੈਸੇ ਤਾਂ ਮੈਂ ਇੱਥੇ ਹੇਠਾਂ ਹੀ ਬਣਾਊਗਾ, ਪਰ ਇੱਕ ਵਾਰ ਮੈਂ ਬਲੈਂਕ ਸਕਰੀਨ ਤੇ ਦਿਖਾ ਦਿੰਦਾ। ਆਪਣੇ ਕੋਲ 3 ਸਬਜੈਕਟ ਨੇ, ਮੈਨੇਜਮੈਂਟ, ਹਿਸਟਰੀ ਤੇ ਫਿਜ਼ਿਕਸ। ਆ ਮੈਨੇਜਮੈਂਟ ਦੇ ਜਿਹੜੇ 240 ਬੱਚੇ ਉਹਨਾਂ ਨੇ ਕਹੇ ਨੇ ਆਖਰੀ ਸੈਂਟੈਂਸ ਦੇ ਵਿੱਚ, ਕਹਿੰਦੇ 38 ਬੱਚੇ ਜਿਹੜੇ ਕਹੇ ਨੇ ਕਿ 238 ਬੱਚੇ ਨੇ ਜਿਹੜੇ ਮੈਨੇਜਮੈਂਟ ਚੂਜ਼ ਕਰ ਰਹੇ ਨੇ। ਤਾਂ ਮੈਨੇਜਮੈਂਟ ਵਾਲੇ 238 ਬੱਚੇ ਮੈਂ ਇੱਕ ਸਰਕਲ 'ਚ ਬਿਠਾਤੇ, ਆਹ ਸਰਕਲ ਮੈਂ ਬਣਾਤਾ, ਇੱਥੇ ਮੈਨੇਜਮੈਂਟ ਵਾਲੇ 238 ਬੱਚੇ ਬਿਠਾਤੇ। ਉਹ ਕਹਿੰਦੇ 240 ਬੱਚੇ ਹਿਸਟਰੀ ਚੂਜ਼ ਕਰਕੇ ਬੈਠੇ ਆ। ਕੀ ਬੱਚੇ ਮੈਂ ਹਿਸਟਰੀ ਦਾ ਸਰਕਲ ਇੱਥੋਂ ਬਿਲਕੁਲ ਅਲੱਗ ਬਣਾ ਸਕਦਾ ਕਿ 240 ਬੱਚੇ ਹਿਸਟਰੀ ਵਾਲੇ ਇਸ ਸਰਕਲ 'ਚ ਬੈਠੇ ਆ? ਬਣਾ ਤਾਂ ਸਕਦੇ ਆ ਹਿਸਟਰੀ ਦਾ ਸਰਕਲ ਬਿਲਕੁਲ ਵੱਖਰਾ, ਪਰ ਕਿਉਂਕਿ ਆਪਾਂ ਜਿਹੜੇ ਸਾਰੀ ਜਿਹੜੀ ਇਨਫੋਰਮੇਸ਼ਨ ਪੜ੍ਹੀ ਹੈ, ਜਿਹੜਾ ਸਾਰਾ ਡਾਟਾ ਪੜ੍ਹਿਆ ਹੈ, ਉਹਦੇ ਵਿੱਚ ਸਾਨੂੰ ਅੰਦਾਜ਼ਾ ਲੱਗਿਆ ਹੈਗਾ ਕਿ ਕੁਝ ਇਹੋ ਜਿਹੇ ਬੱਚੇ ਹੈ ਜਿਨ੍ਹਾਂ ਨੇ ਮੈਨੇਜਮੈਂਟ ਵੀ ਚੂਜ਼ ਕੀਤੀ ਹੈ, ਹਿਸਟਰੀ ਵੀ ਚੂਜ਼ ਕੀਤੀ ਹੈ। ਯਾਨੀ ਕਿ ਕੁਝ ਇਹੋ ਜਿਹੇ ਬੱਚੇ ਨੇ, ਕੁਝ ਗਿਣਤੀ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਮੈਨੇਜਮੈਂਟ ਤੇ ਹਿਸਟਰੀ ਦੋਨਾਂ ਦੇ ਸਰਕਲ 'ਚ ਹੋਣੇ ਚਾਹੀਦੇ ਆ। ਤਾਂ ਕੋਈ ਇਹੋ ਜਿਹੇ ਬੱਚੇ ਜਿਹੜੇ ਦੋਨਾਂ ਦੇ ਸਰਕਲ 'ਚ ਹੋਣੇ ਚਾਹੀਦੇ ਆ। ਸੋ ਇਸ ਕਰਕੇ ਇਹਨਾਂ ਦੋਨਾਂ ਸਰਕਲਾਂ ਦਾ ਕੋਈ ਕਾਮਨ ਪੋਰਸ਼ਨ ਹੋਣਾ ਚਾਹੀਦਾ। ਤਾਂ ਕਾਮਨ ਪੋਰਸ਼ਨ ਹੋਣ ਕਰਕੇ ਹਿਸਟਰੀ ਦਾ ਸਰਕਲ ਦੂਰ ਨਹੀਂ ਬਣੂਗਾ, ਇਹਦੇ ਉੱਤੇ ਚੜਿਆ ਹੋਇਆ ਬਣੂਗਾ ਜਿਹੜਾ ਕਿ ਮੈਨੇਜਮੈਂਟ ਦੇ ਸਰਕਲ ਨਾਲ ਕੋਈ ਕਾਮਨ ਪੋਰਸ਼ਨ ਸ਼ੇਅਰ ਕਰੂਗਾ। ਤਾਂ ਆ ਗਏ ਹਿਸਟਰੀ ਦੇ ਜਿਹੜੇ ਕਿ 240 ਦਿੱਤੇ ਹੋਏ ਸੀ। ਤੇ ਇਸ ਤੋਂ ਬਿਨਾਂ ਐਗਜ਼ਾਮੀਨਰ ਕਹਿੰਦਾ ਫਿਜ਼ਿਕਸ, ਹੁਣ ਫਿਜ਼ਿਕਸ ਨੇ ਵੀ ਦੋਨਾਂ ਨਾਲ ਕੋਈ ਕਾਮਨ ਪੋਰਸ਼ਨ ਸ਼ੇਅਰ ਕਰਨਾ, ਤਾਂ ਫਿਜ਼ਿਕਸ ਵੀ ਕੁਝ ਇੱਥੇ ਬਣੂ ਜਿਹਦਾ ਟੋਟਲ ਨਹੀਂ ਪਤਾ। ਤਾਂ ਆਪਾਂ ਬੇਸਿਕਲੀ ਮੈਨੇਜਮੈਂਟ, ਹਿਸਟਰੀ ਤੇ ਫਿਜ਼ਿਕਸ ਦੇ ਜਿਹੜੇ ਸਰਕਲਸ ਬਣਾਉਣੇ ਆ ਉਹ ਇਸ ਤਰ੍ਹਾਂ ਬਣਾਉਣੇ ਆ ਕਿ ਭਾਈ ਉਹ ਦੂਜੇ ਸਬਜੈਕਟ ਦੇ ਨਾਲ ਕਾਮਨ ਪੋਰਸ਼ਨ ਸ਼ੇਅਰ ਕਰਦੇ ਹੋਣ, ਕਿਉਂਕਿ ਜਿਹੜੇ ਸਬਜੈਕਟਾਂ ਨੇ ਆ ਦੋਨੇ ਸਬਜੈਕਟ ਚੂਜ਼ ਕੀਤੇ ਆ, ਸੌਰੀ ਜਿਹੜੇ ਸਟੂਡੈਂਟਾਂ ਨੇ ਆ ਦੋਨੇ ਸਬਜੈਕਟ ਚੂਜ਼ ਕੀਤੇ ਆ, ਉਹ ਕਿਸੇ ਕਾਮਨ ਪੋਰਸ਼ਨ ਦੇ ਵਿੱਚ ਆਪਾਂ ਬਿਠਾ ਸਕੀਏ। ਤਾਂ ਬੱਚੇ ਜਿਹੜਾ ਮੈਂ ਕਾਮਨ ਪੋਰਸ਼ਨ ਰੰਗਤਾ, ਇਹ ਰੰਗਿਆ ਹੋਇਆ ਪੋਰਸ਼ਨ ਕਿਹੜਾ? ਇਹ ਰੰਗਿਆ ਹੋਇਆ ਪੋਰਸ਼ਨ ਮੈਨੇਜਮੈਂਟ ਦੇ ਸਰਕਲ 'ਚ ਵੀ ਆਉਂਦਾ ਹੈ, ਫਿਜ਼ਿਕਸ ਦੇ ਸਰਕਲ 'ਚ ਵੀ ਆਉਂਦਾ। ਤਾਂ ਮੈਨੇਜਮੈਂਟ ਤੇ ਫਿਜ਼ਿਕਸ ਦਾ ਕਾਮਨ ਹੈ ਨਾ, ਪਰ ਇਸ ਕਾਮਨ ਦੇ ਵਿੱਚ ਕੁਝ ਹਿੱਸਾ ਹਿਸਟਰੀ 'ਚ ਆਉਂਦਾ, ਕੁਝ ਨਹੀਂ ਆਉਂਦਾ। ਯਾਨੀ ਕਿ ਇਹ ਮੈਨੇਜਮੈਂਟ ਐਂਡ ਫਿਜ਼ਿਕਸ ਹੈ, ਇਹ ਓਨਲੀ ਨਹੀਂ ਹੈਗਾ। ਜੇ ਓਨਲੀ ਮੈਨੇਜਮੈਂਟ ਐਂਡ ਫਿਜ਼ਿਕਸ ਦੀ ਗੱਲ ਕਰੀਏ ਤਾਂ ਓਨਲੀ ਦਾ ਮਤਲਬ ਹਿਸਟਰੀ ਤੋਂ ਬਾਹਰ। ਤਾਂ ਇਹ ਓਨਲੀ ਵਾਲਾ ਨਹੀਂ ਹੈਗਾ, ਇਹ ਮੈਨੇਜਮੈਂਟ ਐਂਡ ਫਿਜ਼ਿਕਸ ਸੀਗਾ। ਜੇ ਓਨਲੀ ਮੈਨੇਜਮੈਂਟ ਐਂਡ ਫਿਜ਼ਿਕਸ ਗੱਲ ਕਰਨੀ ਹੈ ਤਾਂ ਫਿਰ ਹਿਸਟਰੀ ਤੋਂ ਬਾਹਰ ਇਹਦੀ ਗੱਲ ਹੋਊਗੀ। ਆਹ ਬੱਚੇ ਤੁਹਾਡਾ ਓਨਲੀ ਮੈਨੇਜਮੈਂਟ ਐਂਡ ਫਿਜ਼ਿਕਸ ਹੈਗਾ, ਆਹ ਓਨਲੀ ਮੈਨੇਜਮੈਂਟ ਐਂਡ ਫਿਜ਼ਿਕਸ ਹੈ। ਕਿਉਂਕਿ ਮੈਨੇਜਮੈਂਟ ਐਂਡ ਫਿਜ਼ਿਕਸ ਪਰ ਨਾਲ ਓਨਲੀ ਲਿਖਤਾ, ਤਾਂ ਓਨਲੀ ਮਤਲਬ ਜਿਹੜਾ ਸਬਜੈਕਟ ਨਹੀਂ ਲਿਖਿਆ ਉਹ ਤੇ ਕਾਟਾ, ਹਿਸਟਰੀ ਤੋਂ ਬਾਹਰ। ਤਾਂ ਆਹ ਮੈਨੇਜਮੈਂਟ ਐਂਡ ਫਿਜ਼ਿਕਸ ਹੈ। ਤੇ ਜੇ ਨਾਲ ਇਹਨੂੰ ਵੀ ਰਲਾ ਲਈਏ ਤਾਂ ਇਹ ਸੌਰੀ ਕਾਲੇ ਰੰਗ 'ਚ ਮੈਨੇਜਮੈਂਟ ਐਂਡ ਫਿਜ਼ਿਕਸ ਓਨਲੀ ਹੈ, ਕਾਲੇ ਰੰਗ ਦੇ ਵਿੱਚ ਮੈਨੇਜਮੈਂਟ ਐਂਡ ਫਿਜ਼ਿਕਸ ਓਨਲੀ ਹੈ, ਤੇ ਕਾਲਾ ਲਾਲ ਜੋੜ ਕੇ ਸਾਰੇ ਦਾ ਸਾਰਾ ਮੈਨੇਜਮੈਂਟ ਐਂਡ ਫਿਜ਼ਿਕਸ, ਜਿਹਦੇ ਵਿੱਚ ਓਨਲੀ ਸ਼ਬਦ ਨਹੀਂ ਲਿਖਿਆ ਜਾਊਗਾ ਕਿਉਂਕਿ ਕੁਝ ਹਿਸਟਰੀ ਦੇ ਹੈਗੇ, ਕੁਝ ਨਹੀਂ ਹੈਗੇ, ਸਾਰੇ ਗਿਣੇ ਜਾਣਗੇ, ਮੈਨੇਜਮੈਂਟ ਫਿਜ਼ਿਕਸ ਦੇ ਹੋਣੇ ਚਾਹੀਦੇ ਨੇ। ਤਾਂ ਇਸ ਤਰ੍ਹਾਂ ਬੱਚੇ ਬਣੂਗਾ। ਤਾਂ ਆਪਾਂ ਉਹ ਇਕੁਏਸ਼ਨਸ ਇੱਥੇ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ 3 ਸਰਕਲ, ਮੈਨੇਜਮੈਂਟ ਦਾ ਸਰਕਲ, ਹਿਸਟਰੀ ਦਾ ਸਰਕਲ, ਫਿਜ਼ਿਕਸ ਦਾ ਸਰਕਲ। ਤਾਂ ਇੱਥੇ ਮੈਂ M ਲਿਖ ਲਿਆ, ਇੱਥੇ ਮੈਂ H ਲਿਖ ਲਿਆ, ਇੱਥੇ ਮੈਂ P ਲਿਖ ਲਿਆ ਫॉर ਫਿਜ਼ਿਕਸ। ਐਗਜ਼ਾਮੀਨਰ ਕਹਿੰਦਾ 75 ਸਟੂਡੈਂਟ ਕਿਹੜੇ ਆ ਜਿਹੜੇ ਓਨਲੀ ਮੈਨੇਜਮੈਂਟ ਐਂਡ ਫਿਜ਼ਿਕਸ ਦੇ ਵਿੱਚ ਨੇ। ਤਾਂ ਓਨਲੀ ਮੈਨੇਜਮੈਂਟ ਐਂਡ ਫਿਜ਼ਿਕਸ ਕਿਹੜਾ? ਮੈਨੇਜਮੈਂਟ ਤੇ ਫਿਜ਼ਿਕਸ ਦਾ ਕਾਮਨ, ਪਰ ਓਨਲੀ ਲਿਖਿਆ ਤਾਂ ਹਿਸਟਰੀ ਤੋਂ ਬਾਹਰ। ਆਹਾ ਬਈ 75। 84 ਬੱਚੇ ਓਨਲੀ ਮੈਨੇਜਮੈਂਟ ਐਂਡ ਹਿਸਟਰੀ, 84 ਬੱਚੇ ਓਨਲੀ ਮੈਨੇਜਮੈਂਟ ਐਂਡ ਹਿਸਟਰੀ। 52 ਬੱਚੇ ਓਨਲੀ ਫਿਜ਼ਿਕਸ ਐਂਡ ਹਿਸਟਰੀ, 52 ਇੱਥੇ ਆ ਗਏ।
ਉਹ ਕਹਿੰਦੇ ਨੰਬਰ ਆਫ ਸਟੂਡੈਂਟਸ ਹੂ ਸਿਲੈਕਟਡ ਓਨਲੀ ਹਿਸਟਰੀ। ਬੱਚੇ ਓਨਲੀ ਹਿਸਟਰੀ ਮੈਂ ਰੰਗ ਕੇ ਦਿਖਾ ਦਿੰਦਾ, ਆ ਹੈਗਾ। ਜੇ ਹਿਸਟਰੀ ਦੇ ਨਾਲ ਓਨਲੀ ਸ਼ਬਦ ਨਾ ਲਿਖਿਆ ਜਾਵੇ ਫਿਰ ਤਾਂ ਹਿਸਟਰੀ ਦਾ ਪੂਰਾ ਸਰਕਲ ਹੋ ਜਾਊਗਾ। ਬੱਚੇ ਜੇ ਹਿਸਟਰੀ ਦੇ ਨਾਲ ਓਨਲੀ ਸ਼ਬਦ ਨਾ ਲਿਖਿਆ ਜਾਵੇ ਫਿਰ ਤਾਂ ਹਿਸਟਰੀ ਦਾ ਪੂਰਾ ਗੋਲਾ, ਪੂਰਾ ਸਰਕਲ, ਪਰ ਓਨਲੀ ਹਿਸਟਰੀ ਲਿਖਿਆ ਤਾਂ ਓਨਲੀ ਹਿਸਟਰੀ ਦਾ ਮਤਲਬ ਮੈਨੇਜਮੈਂਟ ਫਿਜ਼ਿਕਸ ਦੋਨਾਂ ਤੋਂ ਬਾਹਰ, ਤਾਂ ਜਿਹੜਾ ਰੰਗ ਤਾਂ ਉਹ ਓਨਲੀ ਹਿਸਟਰੀ ਹੈ। ਐਗਜ਼ਾਮੀਨਰ ਕਹਿੰਦਾ ਜਿਹੜਾ ਓਨਲੀ ਹਿਸਟਰੀ ਹੈ ਉਹ ਕਿੰਨਾ 137 ਮਾਈਨਸ ਓਨਲੀ ਮੈਨੇਜਮੈਂਟ। ਤਾਂ ਓਨਲੀ ਮੈਨੇਜਮੈਂਟ ਨੂੰ ਜੇ ਮੈਂ A ਲਿਖ ਲਾਂ, ਓਨਲੀ ਮੈਨੇਜਮੈਂਟ ਨੂੰ ਜੇ ਮੈਂ A ਲਿਖ ਲਾਂ ਤਾਂ ਇਹ ਕਿੰਨਾ ਹੋ ਗਿਆ 137 ਮਾਈਨਸ A। ਬਾਈ ਬਣ ਕੇ A ਮਾਈਨਸ 137 ਨਾ ਕਰ ਦਿਓ, ਉਹਨੇ ਸਿੱਧਾ 137 ਮਾਈਨਸ ਦਾ ਨੰਬਰ ਆਫ ਸਟੂਡੈਂਟਸ ਹੂ ਆਪਟਡ ਓਨਲੀ ਮੈਨੇਜਮੈਂਟ ਲਿਖਿਆ, ਤਾਂ 137 ਮਾਈਨਸ A। ਇਸ ਤੋਂ ਬਾਅਦ ਸਾਰਾ ਡਾਟਾ ਉਤਾਰ ਲਿਆ। ਆ ਬੱਚੇ ਜਿਹੜੀ ਵੈਲਿਊ ਹੈ B ਵੈਲਿਊ ਕਿਹੜੀ ਹੈ? ਉਹ ਬੱਚੇ ਜਿਹੜੇ ਤਿੰਨਾਂ ਦਾ ਪਾਰਟ ਨੇ, ਮੈਨੇਜਮੈਂਟ ਵੀ ਚੂਜ਼ ਕਰਦੇ, ਹਿਸਟਰੀ ਵੀ ਚੂਜ਼ ਕਰਦੇ, ਫਿਜ਼ਿਕਸ ਵੀ ਚੂਜ਼ ਕਰਦੇ ਆ, ਉਹਦੀ ਵੀ ਵੈਲਿਊ ਨਹੀਂ ਦਿੱਤੀ, ਉਹ B ਬੱਚੇ ਨੇ। ਤਾਂ ਮੈਂ ਆਮ ਤੌਰ ਤੇ DI ਦੇ ਵਿੱਚ ਵੈਨ ਡਾਇਆਗ੍ਰਾਮ ਦੇ ਸਵਾਲਾਂ ਦੀ ਪ੍ਰੈਕਟਿਸ ਕਰਾਉਂਦੇ ਆ ਦੱਸਦਾ ਹੁੰਨਾ, ਕਹਿੰਦਾ ਹੁੰਨਾ ਕਿ ਭਾਈ ਤੁਸੀਂ ਹਮੇਸ਼ਾ ਸੈਂਟਰ ਵਾਲੀ ਵੈਲਿਊ ਤੋਂ ਸ਼ੁਰੂ ਕਰਨਾ, ਪਰ ਇੱਥੇ ਜਦੋਂ ਆਪਾਂ ਸਾਰੀ ਇਨਫੋਰਮੇਸ਼ਨ ਪੜ੍ਹੀ ਸੈਂਟਰ ਵਾਲੀ ਤਾਂ ਵੈਲਿਊ ਨਹੀਂ ਦਿੱਤੀ ਹੋਈ, ਉਹਨੂੰ ਤਾਂ ਆਪਾਂ B ਮੰਨਿਆਗਾ। ਓਨਲੀ ਫਿਜ਼ਿਕਸ ਦੇ ਬਾਰੇ ਕੁਝ ਨਹੀਂ ਦਿੱਤਾ ਹੋਇਆ, ਉਹਨੂੰ ਹਲੇ ਕੁਝ ਮੰਨਿਆ ਵੀ ਨਹੀਂ ਹੈਗਾ, ਉਹਨੂੰ ਚਲੋ ਆਪਾਂ C ਮੰਨ ਲਾਂਗੇ। ਤਾਂ ਇਹ ਡਾਟਾ ਦਿੱਤਾ। ਹੁਣ ਇਹਦੇ ਵਿੱਚ ਇੱਕ ਐਗਜ਼ਾਮੀਨਰ ਕਹਿੰਦਾ ਕਿ ਮੈਨੇਜਮੈਂਟ ਵਾਲੇ ਬੱਚੇ 238 ਹੈ, ਹਿਸਟਰੀ ਵਾਲੇ ਬੱਚੇ 240 ਹੈ। ਇਹੀ ਦਿੱਤਾ ਨਾ 238 ਚੂਜ਼ ਮੈਨੇਜਮੈਂਟ, 240 ਚੂਜ਼ ਹਿਸਟਰੀ। ਤਾਂ ਧਿਆਨ ਨਾਲ ਦੇਖੋ ਮੇਰਾ ਵੀਰ, ਇਸ ਤੋਂ ਬਾਅਦ ਸਾਨੂੰ ਆਹ ਜਿਹੜਾ A ਮੰਨ ਲਿਆ ਤੇ ਉਧਰ 137 ਮਾਈਨਸ A ਹੈ, ਆਹ B ਹੈ, ਤੇ ਹਲੇ ਓਨਲੀ ਫਿਜ਼ਿਕਸ ਦੀ ਵੀ ਵੈਲਿਊ ਕੱਢਣੀ ਹੈ। ਇਹ ਵੈਲਿਊ ਕੱਢਣੀਆਂ ਪੈਣਗੀਆਂ ਨਾ, ਤਾਂ ਹੀ ਆਪਾਂ 5 ਕੁਐਸਚਨ ਹੱਲ ਕਰ ਸਕਾਂਗੇ। ਤਾਂ ਵੈਲਿਊ ਕੱਢਣ ਦਾ ਸਭ ਤੋਂ ਸੌਖਾ ਤਰੀਕਾ ਕੀ ਹੈ? ਐਗਜ਼ਾਮੀਨਰ ਕਹਿੰਦਾ ਹਿਸਟਰੀ ਦੇ ਬੱਚੇ ਕਿੰਨੇ 240, ਮੈਨੇਜਮੈਂਟ ਦੇ ਬੱਚੇ ਕਿੰਨੇ 238। ਤਾਂ ਜੇ ਮੈਂ ਹਿਸਟਰੀ ਚੋਂ ਮੈਨੇਜਮੈਂਟ ਮਾਈਨਸ ਕਰਦਾ ਤਾਂ 2 ਰਹਿ ਜਾਊਗਾ, ਪੂਰੇ ਹਿਸਟਰੀ ਚੋਂ ਪੂਰੀ ਮੈਨੇਜਮੈਂਟ ਮਾਈਨਸ ਕਰ ਦਿਏ 2 ਰਹਿ ਜਾਊਗਾ। ਤਾਂ ਪੂਰੀ ਹਿਸਟਰੀ ਕੀ ਹੈ 137 ਮਾਈਨਸ A 52, B 84, ਤੇ ਪੂਰਾ ਮੈਨੇਜਮੈਂਟ ਕੀ ਹੈ A 75, B 84। ਤਾਂ B 84 ਉਹਦੇ ਕੋਲ ਵੀ ਹੈ, B 84 ਇਹਦੇ ਕੋਲ ਵੀ ਹੈ, ਤਾਂ B 84 ਤਾਂ ਦੋਨਾਂ ਦਾ ਕਾਮਨ ਕੱਟਿਆ ਗਿਆ। ਤਾਂ ਬੇਸਿਕਲੀ ਆਹ ਜਿਹੜਾ ਪੀਲਾ ਰੰਗ ਹੈ ਤੇ 52, ਇਹਦੇ ਵਿੱਚੋਂ A ਤੇ 75 ਮਾਈਨਸ ਕਰ ਦਈਏ ਤਾਂ 2 ਆ ਜਾਊਗਾ। ਤਾਂ ਪੀਲਾ ਰੰਗ ਕੀ ਹੈ 137 ਮਾਈਨਸ A ਪਲੱਸ 52। ਇਹ ਤਾਂ ਹੋ ਗਿਆ ਹਿਸਟਰੀ, ਕਿਉਂਕਿ 84 ਤੇ B ਆਪਾਂ ਤਾਂ ਨਹੀਂ ਲਏ ਕਿਉਂਕਿ ਉਹ ਇੱਧਰ ਵੀ ਹੋਣਗੇ ਤਾਂ ਮਾਈਨਸ ਹੋ ਕੇ ਉਹ ਕੱਟਿਆ ਜਾਊਗਾ। ਮਾਈਨਸ A ਤੇ 75, ਮਾਈਨਸ A ਮਾਈਨਸ 75 ਬੱਚੇ ਉਹ 2 ਦੇ ਬਰਾਬਰ ਆ ਜਾਊਗਾ। ਇਹਨੂੰ ਸੋਲਵ ਕਰਕੇ ਸਾਡੀ A ਦੀ ਵੈਲਿਊ ਨਿਕਲੇ 137 ਤੇ 52 ਹੋ ਗਿਆ 189, 189, 75 ਮਾਈਨਸ ਕੀਤਾ 114। A ਤੇ A ਦੋਨੇ ਮਾਈਨਸ ਚ ਨੇ ਤਾਂ 114 ਮਾਈਨਸ 2A 2 ਦੇ ਬਰਾਬਰ ਹੈ। 2A ਪਰਾਂ ਚਲ ਗਿਆ ਪਲੱਸ ਹੋ ਗਿਆ, ਆਹ 2 ਇਧਰ ਮਾਈਨਸ ਹੋ ਗਿਆ 112। 2A ਦੀ ਵੈਲਿਊ 112, ਤਾਂ ਬੱਚੇ A ਦੀ ਵੈਲਿਊ ਤੁਹਾਡੀ 56 ਆ ਗਈ। A ਦੀ ਵੈਲਿਊ 56 ਆ ਗਈ ਤਾਂ ਓਨਲੀ ਮੈਨੇਜਮੈਂਟ ਤਾਂ A ਸੀਗਾ, ਉਹਨੂੰ ਮੈਂ 56 ਲਿਖਤਾ। ਹਿਸਟਰੀ ਓਨਲੀ 137 ਮਾਈਨਸ A ਸੀਗਾ, ਉਹਨੂੰ ਮੈਂ 137 ਮਾਈਨਸ 56 ਲਿਖ ਦੂੰ। 137 ਚੋਂ 56 ਨਿਕਲੇ 81। ਹੁਣ ਰਹਿ ਗਿਆ B। B ਕਿਹਦੇ ਬਰਾਬਰ ਹੈ? ਜਦੋਂ ਤੁਹਾਨੂੰ ਪਤਾ ਕਿ ਹਿਸਟਰੀ ਸਾਰੀ 240 ਹੈ, ਹਿਸਟਰੀ ਸਾਰੀ 240 ਹੈ ਤਾਂ ਹਿਸਟਰੀ ਦੀਆਂ ਚਾਰੇ ਵੈਲਿਊਜ਼ 81, 84, B ਤੇ 52 240 ਬਣਨਗੇ। ਤਾਂ 240 ਚੋਂ 3 ਵੈਲਿਊਜ਼ ਕੱਢ ਦੋ, B ਆ ਜਾਊਗਾ। 84 ਤੇ 81 165, 165 ਤੇ 52 ਹੋ ਗਿਆ 16 5 217, 217 240 ਚੋਂ 217 ਨਿਕਲੇ 23 ਰਹਿ ਗਿਆ। ਤਾਂ ਇਹਦੀ ਵੈਲਿਊ ਵੀ ਆ ਗਈ 23। ਹੁਣ ਕੱਲੀ ਇੱਕ ਵੈਲਿਊ ਰਹਿ ਗਈ ਫਿਜ਼ਿਕਸ ਦੀ। ਓਨਲੀ ਫਿਜ਼ਿਕਸ ਵਾਲੇ ਕਿੰਨੇ ਆ? ਕਿਉਂਕਿ ਟੋਟਲ 450 ਬੱਚੇ ਨੇ ਤਾਂ 450 ਚੋਂ ਆਹ ਵੈਲਿਊਜ਼ ਮਾਈਨਸ ਕਰ ਦੋ, ਓਨਲੀ ਫਿਜ਼ਿਕਸ ਆ ਜੂ। ਤਾਂ ਆਹ ਵੈਲਿਊਜ਼ ਮਾਈਨਸ ਕਰਕੇ ਕਿੰਨਾ ਆ ਗਿਆ? ਮੈਨੇਜਮੈਂਟ ਤਾਂ 238 ਬਣੀ, 81 ਤੇ 52 ਕਿੰਨਾ ਹੋ ਗਿਆ 23 ਤੇ 8 31, 319, 319 ਤੇ 371, 450 ਚੋਂ 371 ਗਏ ਬੱਚੇ, ਤੁਹਾਡਾ ਆ ਗਿਆ ਮੇਰੇ ਖਿਆਲ ਚ 79। ਆਪਾਂ ਫਿਰ ਵੀ ਦੁਬਾਰਾ ਦੇਖ ਲੈਂਦੇ ਐਡ ਕਰਕੇ 8 8 16 16 5 21 7 28 ਤੇ 7 35 350 360 70 371। 450 ਚੋਂ 371 ਗਏ ਬੱਚੇ, ਤੁਹਾਡੇ ਆ ਗਏ 79। ਤਾਂ ਇਹ ਆ ਗਏ। ਜੇ ਤੁਸੀਂ ਫਿਜ਼ਿਕਸ ਦਾ ਟੋਟਲ ਕਰਨਾ ਹੈਗਾ ਤਾਂ 75 ਤੇ 79 154, 154 ਤੇ 52 206, 206 ਤੇ 23 229। ਤਾਂ ਫਿਜ਼ਿਕਸ ਦਾ ਟੋਟਲ ਵੀ ਤੁਸੀਂ ਲਿਖ ਸਕਦੇ ਹੋ 229।
29 ਤਾਂ ਸਾਰੇ ਦਾ ਸਾਰਾ ਜਦੋਂ ਚਾਰਟ ਤੁਹਾਡੇ ਕੋਲ ਬਣ ਗਿਆ, ਆ ਚਾਰਟ ਬਣਾਉਂਦੇ ਆ ਵੈਨ ਡਾਇਗਰਾਮ ਬਣਾਉਂਦੇ ਆ, ਤੁਹਾਡੇ 2 ਤੋਂ 2.5 ਮਿੰਟ ਲੱਗਣਗੇ। ਮੇਰੇ 5-7 ਮਿੰਟ ਲੱਗੇ ਕਿਉਂਕਿ ਮੈਂ ਕੱਲੀ ਕੱਲੀ ਚੀਜ਼ ਸਮਝਾ ਰਿਹਾ, ਓਨਲੀ ਸਮਝਾ ਰਿਹਾ, ਵੈਲਿਊਜ਼ ਕਿਵੇਂ ਐਕਸਟ੍ਰੈਕਟ ਕਰਨੀਆਂ ਨੇ ਉਹ ਸਮਝਾ ਰਿਹਾ। ਤੁਸੀਂ ਪੇਪਰ 'ਚ ਸੋਲਵ ਕਰਦੇ ਕਿਸੇ ਨੂੰ ਸਮਝਾਉਣਾ ਨਹੀਂ ਹੈਗਾ, ਤੁਸੀਂ ਸਿੱਧਾ ਸੋਲਵ ਕਰਨਾ ਤਾਂ 2 ਤੋਂ 2.5 ਵੱਧ ਤੋਂ ਵੱਧ ਇੰਨਾ ਸਮਾਂ ਲੱਗੂਗਾ, ਇਸ ਤੋਂ ਜ਼ਿਆਦਾ ਮਿੰਟ ਨਹੀਂ ਲੱਗਣਗੇ। ਇਸ ਤੋਂ ਬਾਅਦ ਇਹਦੇ ਵਿੱਚੋਂ ਜਿਹੜੇ 5 ਸਵਾਲ ਪੁੱਛੇ ਜਾਣਗੇ 10-10 ਸਕਿੰਟ ਸ਼ਾਇਦ ਹੀ ਲਾਉਂਗੇ ਤੁਸੀਂ, ਅੱਧੇ ਪੌਣੇ ਮਿੰਟ 'ਚ 5 ਦੇ 5 ਸਵਾਲ ਕਰ ਦੋਗੇ, ਯਾਨੀ ਕਿ 3-3.5 ਮਿੰਟ ਦੇ ਵਿੱਚ 5 ਨੰਬਰ ਪੱਕੇ। ਜੇ 5 ਆਉਂਦੇ ਨੇ 3 ਜਾਂ 4 ਨੰਬਰ ਆਉਂਦੇ ਨੇ, 3 ਜਾਂ 4 ਸਵਾਲ ਆਉਂਦੇ 3 ਜਾਂ 4 ਨੰਬਰ ਪੱਕੇ ਹੋ ਜਾਣਗੇ। ਇਹੀ ਸਾਰੀ ਇਨਫੋਰਮੇਸ਼ਨ ਬਾਈ ਮੈਂ ਅੱਗੇ ਲਿਖ ਲਿਆ ਆ। 56 84 81 ਉਹ 56 84 81 79 ਕੱਢਿਆ, 75 23 52 ਕੱਢਿਆ, ਸਾਰਿਆਂ ਦਾ ਟੋਟਲ ਲਿਖਿਆ। ਫਿਜ਼ਿਕਸ ਦਾ ਆਪਾਂ 229 ਕੱਢ ਲਿਆ ਸੀ। ਐਗਜ਼ਾਮੀਨਰ ਸਵਾਲ ਦੇਖੋ ਕੀ ਪੁੱਛ ਰਿਹਾ, ਉਹ ਕਹਿੰਦਾ ਹਾਊ ਮੈਨੀ ਸਟੂਡੈਂਟਸ ਸਿਲੈਕਟਡ ਬੋਥ ਮੈਨੇਜਮੈਂਟ ਐਂਡ ਫਿਜ਼ਿਕਸ ਐਜ਼ ਇਲੈਕਟਿਵ। ਤਾਂ ਕਹਿੰਦੇ ਕਿੰਨੇ ਸਟੂਡੈਂਟਸ ਨੇ ਜਿਨ੍ਹਾਂ ਨੇ ਕੀ ਸਿਲੈਕਟ ਕੀਤਾ, ਬੋਥ ਮੈਨੇਜਮੈਂਟ ਐਂਡ ਫਿਜ਼ਿਕਸ। ਓਨਲੀ ਨਹੀਂ ਲਿਖਿਆ ਤਾਂ ਬੋਥ ਮੈਨੇਜਮੈਂਟ ਐਂਡ ਫਿਜ਼ਿਕਸ ਦਾ ਮਤਲਬ ਐਗਜ਼ਾਮੀਨਰ ਕਿਹੜਾ ਕਹਿ ਰਿਹਾ, ਮੈਨੇਜਮੈਂਟ ਤੇ ਫਿਜ਼ਿਕਸ ਦਾ ਕਾਮਨ ਹਿਸਟਰੀ ਹੋਵੇ ਚਾਹੇ ਨਾ ਹੋਵੇ ਕੋਈ ਚੱਕਰ ਨਹੀਂ ਪੈਂਦਾ। ਜੇ ਓਨਲੀ ਸ਼ਬਦ ਲਿਖਿਆ ਹੁੰਦਾ ਫੇਰ ਤਾਂ ਕੱਲਾ 75 ਲੈਂਦੇ, ਪਰ ਹੁਣ 75 ਦੇ ਨਾਲ 23 ਵੀ ਲਵਾਂਗੇ ਤਾਂ ਸਾਡੇ ਕਿੰਨੇ ਬੱਚੇ ਆ ਗਏ 98 ਡੀ ਆਪਸ਼ਨ। ਜੇ ਓਨਲੀ ਲਿਖਿਆ ਹੁੰਦਾ ਤਾਂ 75 ਆਨਸਰ ਆ ਜਾਂਦਾ, ਉਹ ਵੀ ਆਪਸ਼ਨ ਦਿੱਤਾ ਹੋਇਆ। ਤਾਂ ਇਹੋ ਜਿਹੀਆਂ ਗਲਤੀਆਂ ਤੋਂ ਬਚਣਾ ਹੈਗਾ। ਬੋਥ ਲਿਖਿਆ ਤਾਂ ਕੀ ਫਾਈਂਡ ਕਰਨਾ, ਓਨਲੀ ਲਿਖਿਆ ਤਾਂ ਕੀ ਫਾਈਂਡ ਕਰਨਾ, ਇਹ ਇੰਪੋਰਟੈਂਟ ਹੈ। ਅਗਲੇ ਕੁਐਸਚਨ ਦੇਖੋ 1 ਮਿੰਟ ਦੇ ਵਿੱਚ। How many students selected more than one subject as elected? More than one ਦਾ ਮਤਲਬ 2 ਸਬਜੈਕਟ, 3 ਸਬਜੈਕਟ, 4 5 6 ਤਾਂ ਹੋ ਨਹੀਂ ਸਕਦੇ ਕਿਉਂਕਿ ਟੋਟਲੀ 3 ਸਬਜੈਕਟ ਨੇ। ਤਾਂ ਆਪਾਂ ਕਿਹੜੇ ਬੱਚੇ ਫਾਈਂਡ ਕਰਨੇ ਆ, ਉਹ ਬੱਚੇ ਜਿਨ੍ਹਾਂ ਨੇ 2 ਤੋਂ ਜ਼ਿਆਦਾ 1 ਤੋਂ ਜ਼ਿਆਦਾ, ਤਾਂ 1 ਤੋਂ ਜ਼ਿਆਦਾ ਵਾਲੇ ਤਾਂ 2 ਸਬਜੈਕਟਾਂ ਵਾਲੇ ਕਿਹੜੇ ਆ, ਆਹਾ, ਤੇ 3 ਸਬਜੈਕਟਾਂ ਵਾਲੀ ਕਿਹੜੀ ਵੈਲਿਊ ਹੈ, ਆਹਾ। ਤਾਂ ਕਿੰਨੇ ਬੱਚੇ ਹੋ ਗਏ 75 84 52 ਪਲੱਸ ਸੈਂਟਰ ਵਾਲੇ 23, ਤਾਂ 5 7 150 84 236 200 ਆਪਣੇ 236 234 ਸੀ ਆਪਸ਼ਨ 234। ਤਾਂ ਇਹ ਬਣ ਗਏ ਬੱਚੇ ਤੁਹਾਡੇ 234 ਸਟੂਡੈਂਟਸ। ਐਡ ਕਿਵੇਂ ਕਰਨਾ ਹੈ, ਆਹ ਦੇਖੋ 52 ਤੇ 23 ਇਹ ਵੀ 75 ਬਣ ਗਿਆ, 75 ਤੇ 75 150 ਹੋ ਗਿਆ। 150 ਦੇ ਵਿੱਚ 84 ਜੋੜਨਾ ਸੀਗਾ, ਮੈਂ 150 ਦੇ ਵਿੱਚ 84 ਨਹੀਂ ਜੋੜਿਆ, 100 ਜੋੜ ਕੇ 16 ਘਟਾਤਾ, 100 ਜੋੜ ਕੇ 250, 16 ਘਟਾ ਕੇ 234, ਆਨਸਰ ਆ ਗਿਆ ਸੀ ਆਪਸ਼ਨ। ਅਗਲਾ ਸਵਾਲ ਦੇਖੋ, ਐਗਜ਼ਾਮੀਨਰ ਕਹਿੰਦਾ ਵਟ ਪਰਸੈਂਟੇਜ ਚ ਆਨਸਰ ਕਰਨਾ ਹੈ ਆਫ ਦਾ ਟੋਟਲ ਸਟੂਡੈਂਟਸ, ਟੋਟਲ 450 ਸਟੂਡੈਂਟ ਸੀਗੇ ਇਨ ਦਾ ਕਾਲਜ ਸਿਲੈਕਟਡ ਓਨਲੀ ਹਿਸਟਰੀ ਐਜ਼ ਐਨ ਇਲੈਕਟਿਵ। ਤਾਂ ਬੱਚੇ ਓਨਲੀ ਲਿਖਿਆ, ਜੇ ਓਨਲੀ ਨਾ ਲਿਖਿਆ ਹੁੰਦਾ ਫਿਰ ਤਾਂ 240 ਬੱਚੇ ਕਿ ਸਾਰੇ ਹਿਸਟਰੀ ਵਾਲੇ। ਪਰ ਹੁਣ ਐਗਜ਼ਾਮੀਨਰ ਕਹਿੰਦਾ ਕਿ ਕਾਲਜ 'ਚ ਕਿੰਨੇ ਬੱਚੇ ਨੇ ਜਿਨ੍ਹਾਂ ਨੇ ਸਿਰਫ ਹਿਸਟਰੀ ਚੂਜ਼ ਕੀਤੀ ਹੈ, ਤਾਂ ਓਨਲੀ ਹਿਸਟਰੀ ਦਾ ਮਤਲਬ ਮੈਨੇਜਮੈਂਟ ਤੇ ਫਿਜ਼ਿਕਸ ਤੋਂ ਬਾਹਰ ਕੱਲੀ ਹਿਸਟਰੀ, ਉਹ ਆ ਗਏ 81 ਬੱਚੇ। ਪਰਸੈਂਟੇਜ ਚ ਕੱਢਣਾ ਤਾਂ 81 ਦੇਖਾਂਗੇ 450 ਤੋਂ ਕਿੰਨੇ ਪਰਸੈਂਟ ਹੈ, ਇਹ ਸਾਡਾ ਆਨਸਰ ਆ ਜਾਊਗਾ। ਬੱਚੇ ਪਹਿਲਾਂ ਤਾਂ ਉੱਪਰ ਥੱਲੇ ਆ 0 ਕੱਟ ਕੇ 9 ਦੇ ਟੇਬਲ ਚ ਕੱਟੋ ਜੀ, 9 ਦੇ ਟੇਬਲ ਚ 9, 9 ਦੇ ਟੇਬਲ ਚ 5, ਹੇਠਲਾ 5 ਉੱਪਰ 10 ਨੂੰ ਕੱਟ ਦੂਗਾ 2 ਗੁਣਾ, ਤਾਂ 9 × 2 ਕਰਕੇ ਸਾਡਾ ਆਨਸਰ ਆ ਗਿਆ 18%। ਤਾਂ ਇਸ ਕੁਐਸਚਨ ਚ ਕੈਲਕੂਲੇਸ਼ਨ ਜਿਵੇਂ ਮਰਜ਼ੀ ਕਰੋ, ਆਨਸਰ ਆ ਜਾਊਗਾ ਬਾਈ ਸੀ ਆਪਸ਼ਨ 18%। ਤੇ ਮੈਂ ਫੇਰ ਉਹੀ ਗੱਲ ਕਹਿ ਰਿਹਾ, 5 7 ਸਕਿੰਟ ਲੱਗਣਗੇ, ਇਸ ਤੋਂ ਜ਼ਿਆਦਾ ਸਮਾਂ ਨਹੀਂ ਲੱਗੂ। ਕੁਐਸਚਨਾਂ ਨੂੰ ਸੋਲਵ ਕਰਦੇ ਆ ਅੱਧੇ ਮਿੰਟ ਚ 5 ਦੇ 5 ਸਵਾਲ ਚੱਕ ਕੇ ਮਾਰੋਗੇ ਤੁਸੀਂ। ਇੰਪੋਰਟੈਂਟ ਕੀ ਆ, ਸਭ ਤੋਂ ਇੰਪੋਰਟੈਂਟ ਚੀਜ਼ ਹੈ ਵੈਨ ਡਾਇਗਰਾਮ ਦੀ ਇਨਫੋਰਮੇਸ਼ਨ ਪੜ੍ਹਨੀ, ਉਹਨੂੰ ਐਕਸਟ੍ਰੈਕਟ ਕਰਨਾ, ਜੋ ਕੇਸ ਸਟੱਡੀਜ਼ ਦੇ ਵਿੱਚ ਡਾਟਾ ਦਿੱਤਾ ਉਹਨੂੰ ਐਕਸਟ੍ਰੈਕਟ ਕਰਨਾ, ਵੈਨ ਡਾਇਗਰਾਮ ਬਣਾਉਣੀ। ਜੇ ਕੋਈ ਵੈਲਿਊ ਕੱਢਣ ਦੀ ਲੋੜ ਪੈਂਦੀ ਹੈ, ਕੁਝ ਤਾਂ ਵੈਲਿਊਜ਼ ਸਿੱਧੀਆਂ ਦਿੱਤੀਆਂ ਹੁੰਦੀਆਂ ਨੇ, ਕੁਝ ਵੈਲਿਊਜ਼ ਕੱਢਣ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਕੱਢ ਸਕੀਏ। ਤਾਂ ਇਹ ਕੁਐਸਚਨ ਵੀ ਮੈਂ ਉਹੋ ਜਿਹਾ ਲੈ ਕੇ ਆਇਆ ਜਿਹਦੇ ਵਿੱਚ ਕੁਝ ਵੈਲਿਊਜ਼ ਕੱਢਣੀਆਂ ਪਈਆਂ। ਅਗਲਾ ਕੁਐਸਚਨ ਵੀ ਉਹੋ ਜਿਹਾ ਕਿ ਕੁਝ ਵੈਲਿਊਜ਼ ਕੱਢਣੀਆਂ ਪੈਣਗੀਆਂ। ਤੀਜਾ ਜਿਹੜਾ ਕੁਐਸਚਨ ਹੋਊਗਾ ਉਹ ਚ ਸਾਰੀਆਂ ਵੈਲਿਊਜ਼ ਕੱਢਣੀਆਂ ਪੈਣਗੀਆਂ, ਕੋਈ ਵੀ ਸਿੱਧੀ ਦਿਖਣੀ ਨਹੀਂ ਹੈਗੀ। ਉਹ ਕੁਐਸਚਨ ਸਭ ਤੋਂ ਇੰਟਰਸਟਿੰਗ ਰਹੂਗਾ। ਅੱਗੇ ਦੇਖੋ ਇਹ ਚ ਕੋਈ ਕੁਐਸਚਨ ਬਚਿਆ, ਹਾਂਜੀ। ਹਾਊ ਮੈਨੀ ਸਟੂਡੈਂਟਸ ਸਿਲੈਕਟਡ ਆਲ ਦਾ 3 ਸਬਜੈਕਟਸ? ਉਹ ਕਹਿੰਦੇ ਕਿੰਨੇ ਸਟੂਡੈਂਟ ਨੇ ਜਿਨ੍ਹਾਂ ਨੇ ਸਾਰੇ ਦੇ ਸਾਰੇ ਸਬਜੈਕਟ ਆਪਟ ਕੀਤੇ। ਤਾਂ ਆਲ ਦਾ 3 ਮਤਲਬ ਉਹ ਪੋਰਸ਼ਨ ਜਿਹੜਾ ਸਾਰਿਆਂ ਦੇ ਵਿੱਚ ਕਾਮਨ ਹੈ। ਤਾਂ ਸਾਰਿਆਂ ਚ ਕਾਮਨ ਪੋਰਸ਼ਨ ਕਿਹੜਾ, ਸੀ ਆਪਸ਼ਨ 23 ਬੱਚੇ। ਸਮਝ ਆ ਗਿਆ ਜੀ ਸਾਰਿਆਂ ਨੂੰ? ਆਲ ਦਾ 3 ਸਬਜੈਕਟਸ ਕਿਹੜੇ ਕਿਹੜੇ, ਜਿਹੜਾ ਸਰਕਲ ਜਿਹੜਾ ਪੋਰਸ਼ਨ ਮੈਨੇਜਮੈਂਟ ਹਿਸਟਰੀ ਫਿਜ਼ਿਕਸ ਤਿੰਨਾਂ ਦੇ ਸਰਕਲਾਂ ਚ ਆਵੇ 23 ਬੱਚੇ। ਹਾਂਜੀ ਇਹ ਆਖਰੀ ਕੁਐਸਚਨ ਹੈ, ਵਟ ਇਜ਼ ਦਾ ਡਿਫਰੈਂਸ ਬਿਟਵੀਨ, ਆਪਾਂ ਡਿਫਰੈਂਸ ਫਾਈਂਡ ਕਰਨਾ ਹੈ ਕਿਹਦਾ, ਦਾ ਨੰਬਰ ਆਫ ਸਟੂਡੈਂਟਸ ਹੂ ਸਿਲੈਕਟਡ ਫਿਜ਼ਿਕਸ। ਫਿਜ਼ਿਕਸ ਦੇ ਨਾਲ ਓਨਲੀ ਨਹੀਂ ਲਿਖਿਆ, ਤਾਂ ਫਿਜ਼ਿਕਸ ਦਾ ਸਾਰਾ ਟੋਟਲ ਆਪਾਂ ਦੇਖਿਆ ਸੀ ਨਾ 229 ਬਣਿਆ ਸੀਗਾ। ਐਗਜ਼ਾਮੀਨਰ ਨੇ ਕਿਹਾ
what is the difference between the number of students who selected physics as an elective and those who selected only physics? ਤਾਂ ਆਪਾਂ basically difference find ਕਰਨਾ ਹੈ physics ਤੇ only physics ਦਾ। ਆਪਾਂ difference find करना है physics ਤੇ only physics ਦਾ। ਤਾਂ physics वाले बच्चे 229, only physics वाले 79। 9 ਚੋਂ 9 ਗਏ 0, 22 ਚੋਂ 7 ਗਏ 15, 150 ਆਨਸਰ ਆ ਗਿਆ ਬੱਚੇ। ਤਾਂ ਕਿੰਨਾ ਡਿਫਰੈਂਸ ਹੈ 150। ਇਸ ਕੁਐਸਚਨ ਦਾ ਆਨਸਰ ਸੀ ਆਪਸ਼ਨ 150। ਸਮਝ ਆ ਗਿਆ ਜੀ ਸਾਰਿਆਂ ਨੂੰ। ਤਾਂ 229 ਆਪਾਂ ਸ਼ੁਰੂ ਚ ਕਾਊਂਟ ਕਰ ਲਿਆ ਸੀਗਾ ਇਹਨਾਂ ਚਾਰਾਂ ਵੈਲਿਊਜ਼ ਨੂੰ ਐਡ ਕਰਕੇ। ਇਹ ਆਪਣਾ ਕੇਸ ਸਟੱਡੀਜ਼ ਦਾ ਵੈਨ ਡਾਇਗਰਾਮ ਵਾਲਾ ਇੱਕ ਕੁਐਸਚਨ ਸੀਗਾ। ਅਗਲੇ ਕੁਝ ਕੁਐਸਚਨਸ ਦੇਖਿਓ ਤੁਸੀਂ, ਥੋੜੇ ਇੰਟਰਸਟਿੰਗ ਰਹਿਣਗੇ। ਆ ਕੁਐਸਚਨ ਆ ਗਿਆ ਜੀ, ਐਗਜ਼ਾਮੀਨਰ ਕਹਿੰਦਾ study the information carefully to answer the following questions। ਕਹਿੰਦੇ a survey of 500 college students indicated that ਕਾਲਜ ਦੇ 500 ਸਟੂਡੈਂਟਸ ਦਾ ਸਰਵੇ ਕੀਤਾ ਗਿਆ ਤੇ ਸਰਵੇ ਕੀ ਕਹਿੰਦਾ that 49% 500 ਦਾ 49% of them enjoyed watching football। ਕਹਿੰਦੇ ਉਹ ਚੋਂ 49% ਬੱਚੇ ਫੁੱਟਬਾਲ ਦੇਖਣੀ ਪਸੰਦ ਕਰਦੇ ਨੇ ਤੇ ਫੁੱਟਬਾਲ ਦੇ ਨਾਲ ਓਨਲੀ ਨਹੀਂ ਲਿਖਿਆ। ਤਾਂ ਇਹਦਾ ਮਤਲਬ ਫੁੱਟਬਾਲ ਦਾ ਪੂਰਾ ਸਰਕਲ ਹੈ ਜਿਹੜਾ ਉਹ 49 ਦਾ ਬਣੂਗਾ, ਪਰਸੈਂਟੇਜ ਦੇ ਵਿੱਚ 49 ਦਾ ਬਣੂ। 53% ਲਾਈਕ ਹਾਕੀ ਐਂਡ 62% ਇੰਜੋਇਡ ਵਾਚਿੰਗ ਬਾਸਕਟਬਾਲ। ਤਾਂ ਸਾਨੂੰ ਤਿੰਨ ਗੇਮਸ ਦਾ ਡਾਟਾ ਦਿੱਤਾ ਹੈ ਕਿ ਕਾਲਜ ਚ 500 ਬੱਚੇ ਹੈ, ਉਹ 500 ਬੱਚਿਆਂ ਦਾ ਅੱਗੇ ਪਰਸੈਂਟੇਜ ਵਾਈਜ਼ ਡਾਟਾ ਦਿੱਤਾ। ਤਾਂ 500 ਨੂੰ ਛੱਡੋ 100% ਦੀ ਗੱਲ ਕਰਦੇ ਆ। ਉਹਦੇ ਵਿੱਚੋਂ 49% ਬੱਚੇ ਫੁੱਟਬਾਲ ਦੇਖਣੀ ਪਸੰਦ ਕਰਦੇ ਆ, 53% ਹਾਕੀ ਦੇਖਣੀ ਪਸੰਦ ਕਰਦੇ ਤੇ 62% ਬੱਚੇ ਬਾਸਕਟਬਾਲ ਦੇਖਣੀ ਪਸੰਦ ਕਰਦੇ ਆ। ਤਿੰਨਾਂ ਗੇਮਸ ਦਾ ਜਿਹੜਾ ਇਹ ਡਾਟਾ ਦਿੱਤਾ, ਕਿਸੇ ਨਾਲ ਓਨਲੀ ਨਹੀਂ ਲਿਖਿਆ। ਤਾਂ ਪੂਰਾ ਸਰਕਲ ਉਹਨਾਂ ਦਾ 49, 53 ਜਾਂ 62 ਦਾ ਹੋਊਗਾ। ਉਸ ਤੋਂ ਬਾਅਦ ਫਰਦਰ ਮੋਰ 27% ਲਾਈਕ ਬੋਥ ਫੁੱਟਬਾਲ ਐਂਡ ਹਾਕੀ। 27% ਕੀ ਪਸੰਦ ਕਰਦੇ ਆ ਬੋਥ ਫੁੱਟਬਾਲ ਐਂਡ ਹਾਕੀ। ਬੋਥ ਫੁੱਟਬਾਲ ਐਂਡ ਹਾਕੀ ਦਾ ਮਤਲਬ ਫੇਰ ਓਨਲੀ ਨਹੀਂ ਲਿਖਿਆ। ਜੇ ਤਾਂ ਫੁੱਟਬਾਲ ਐਂਡ ਹਾਕੀ ਦੇ ਨਾਲ ਓਨਲੀ ਲਿਖਿਆ ਹੁੰਦਾ ਫੇਰ ਤਾਂ ਫੁੱਟਬਾਲ ਤੇ ਹਾਕੀ ਦਾ ਉਹ ਕਾਮਨ ਪੋਰਸ਼ਨ ਜਿਹੜਾ ਬਾਸਕਟਬਾਲ ਤੋਂ ਬਾਹਰ ਹੁੰਦਾ, ਪਰ ਹੁਣ ਓਨਲੀ ਨਹੀਂ ਲਿਖਿਆ ਤਾਂ ਬਸ ਫੁੱਟਬਾਲ ਹਾਕੀ ਦਾ ਸਾਰਾ ਕਾਮਨ ਪੋਰਸ਼ਨ ਵਿੱਚ ਬਾਸਕਟਬਾਲ ਵੀ ਘੜੀਸ ਲਓ। 29% ਇੰਜੋਇਡ ਬਾਸਕਟਬਾਲ ਐਂਡ ਹਾਕੀ and 28% enjoyed both football and basketball। ਤੇ ਅਖੀਰ ਤੇ ਕਹਿੰਦੇ none of these games appealed to 5% of the students। ਤੇ 5% ਸੂਰਮੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਕੋਈ ਵੀ ਗੇਮ ਪਸੰਦ ਨਹੀਂ ਹੈਗੀ। ਪਰਸੈਂਟੇਜ ਦੇ ਵਿੱਚ ਸਾਰਾ ਡਾਟਾ ਹੈ। ਤਾਂ 100% ਚੋਂ ਜੇ ਗੱਲ ਕਰੀਏ ਤਾਂ 5% ਨੂੰ ਕੋਈ ਵੀ ਗੇਮ ਨਾ ਪਸੰਦ ਹੋਣ ਦਾ ਮਤਲਬ ਕੀ ਹੈ 95% ਨੇ ਜਿਹੜੇ ਕੁਛ ਨਾ ਕੁਛ ਦੇਖਣਾ ਪਸੰਦ ਕਰਦੇ ਆ। ਤੇ ਉਹ ਜਿਹੜਾ ਕੁਛ ਨਾ ਕੁਛ ਦੇਖਣਾ ਉਹ ਤਿੰਨ ਗੇਮਸ ਨੇ। ਪਹਿਲੀ ਗੇਮ ਫੁੱਟਬਾਲ, ਦੂਜੀ ਗੇਮ ਹਾਕੀ, ਤੀਜੀ ਗੇਮ ਬਾਸਕਟਬਾਲ। ਤਾਂ ਆ ਫੁੱਟਬਾਲ, ਆ ਹਾਕੀ, ਆ ਬਾਸਕਟਬਾਲ। ਹੁਣ ਐਗਜ਼ਾਮੀਨਰ ਨੇ ਕੀ ਦਿੱਤਾ ਡਾਟਾ, ਅਸੀਂ ਜਾਣਦੇ ਹਾਂ ਕਿ ਟੋਟਲ 500 ਸਟੂਡੈਂਟਸ ਨੇ, ਪਰ ਕਿਉਂਕਿ ਅੱਗੇ ਸਾਰਾ ਡਾਟਾ ਪਰਸੈਂਟੇਜ ਦੇ ਵਿੱਚ ਦਿੱਤਾ ਤਾਂ ਮੈਂ ਸਾਰੇ ਦਾ ਸਾਰਾ ਪਰਸੈਂਟੇਜ ਦੇ ਵਿੱਚ ਹੀ ਉਤਾਰ ਲੈਣਾ। ਅਸੀਂ ਪਰਸੈਂਟੇਜ ਤੋਂ ਜੇ ਕੋਈ ਵੈਲਿਊ ਕੱਢਣੀ ਹੈ, ਕਿਉਂਕਿ 500 ਮਤਲਬ 1% ਦੀ ਵੈਲਿਊ 5 ਹੈ, ਤਾਂ 5 ਗੁਣਾ ਕਰਕੇ ਆਨਸਰ ਕਰੀ ਜਾਵਾਂਗੇ। 49% ਆਫ them enjoyed watching football। 49% ਇਹੋ ਜਿਹੇ ਨੇ ਜਿਹੜੇ ਫੁੱਟਬਾਲ ਦੇਖਣੀ ਪਸੰਦ ਕਰਦੇ ਆ। ਤਾਂ ਫੁੱਟਬਾਲ ਦਾ ਪੂਰਾ ਸਰਕਲ 49 ਦਾ। ਇਹ ਪਰਸੈਂਟੇਜ ਨੂੰ ਹੀ 49 ਲਿਖਤਾ ਤੇ ਕਿਸੇ ਨੇ ਇਹ ਭੁਲੇਖਾ ਨਹੀਂ ਖਾਣਾ ਕਿ ਸਰ 49 ਤਾਂ ਅੰਦਰ ਹੋਣਾ ਸੀਗਾ। 49 ਅੰਦਰ ਨਹੀਂ ਸੀ ਹੋਣਾ, ਅੰਦਰ ਹੋਣਾ ਸੀ ਓਨਲੀ ਫੁੱਟਬਾਲ। ਇੱਥੇ ਓਨਲੀ ਨਹੀਂ ਲਿਖਿਆ ਤਾਂ ਪੂਰਾ ਸਰਕਲ ਫੁੱਟਬਾਲ ਦਾ 49 ਦਾ। 53% ਵਾਚਿੰਗ ਹਾਕੀ, 62% ਲਾਈਕ ਟੂ ਵਾਚ ਬਾਸਕਟਬਾਲ। ਤਾਂ ਇਹ ਤਿੰਨਾਂ ਗੇਮਸ ਦਾ ਡਾਟਾ ਇੱਥੇ ਤੱਕ ਕਲੀਅਰ ਹੈ। ਇਸ ਤੋਂ ਬਾਅਦ 27% ਲਾਈਕ ਫੁੱਟਬਾਲ ਐਂਡ ਹਾਕੀ। ਬੱਚੇ 27% ਕਿਹੜਾ ਪੋਰਸ਼ਨ ਆ ਗਿਆ ਫੁੱਟਬਾਲ ਐਂਡ ਹਾਕੀ। ਤਾਂ ਫੁੱਟਬਾਲ ਐਂਡ ਹਾਕੀ ਕਿਹੜਾ ਹੈ ਓਨਲੀ ਨਹੀਂ ਲਿਖਿਆ ਤਾਂ ਸਾਰਾ ਫੁੱਟਬਾਲ ਹਾਕੀ ਦਾ ਕਾਮਨ, ਤੇ ਸਾਰਾ ਫੁੱਟਬਾਲ ਹਾਕੀ ਦਾ ਕਾਮਨ ਕਿਹੜਾ ਹੋ ਗਿਆ ਬੱਚੇ ਤੁਹਾਡਾ ਆ ਪੋਰਸ਼ਨ। ਤਾਂ ਐਗਜ਼ਾਮੀਨਰ ਬੇਸਿਕਲੀ ਇਸ ਪੋਰਸ਼ਨ ਦੀ ਗੱਲ ਕਰ ਰਿਹਾ ਹੈਗਾ ਕਿ ਇਹ ਹੈ ਪੋਰਸ਼ਨ ਜਿਹਦੇ ਵਿੱਚ 27% ਨੇ। 27% ਲਾਈਕ ਫੁੱਟਬਾਲ ਐਂਡ ਹਾਕੀ, 29% ਲਾਈਕ ਬਾਸਕਟਬਾਲ ਐਂਡ ਹਾਕੀ। ਬਾਸਕਟਬਾਲ ਐਂਡ ਹਾਕੀ ਵਾਲੇ 29%। 28% ਇੰਜੋਇਡ ਬੋਥ ਫੁੱਟਬਾਲ ਐਂਡ ਬਾਸਕਟਬਾਲ। ਫੁੱਟਬਾਲ ਬਾਸਕਟਬਾਲ ਦਾ ਕਾਮਨ 28%। ਤਾਂ ਬੱਚੇ 27, 29 ਜਾਂ 28 ਚ ਓਨਲੀ ਨਹੀਂ ਲਿਖਿਆ ਤਾਂ ਇਸ ਕਰਕੇ ਸਾਰੇ ਦਾ ਸਾਰਾ ਤਾਂ ਮੈਂ ਬਾਹਰ ਲਿਖਤਾ। ਜੇ ਕਿਤੇ 27% ਦੇ ਨਾਲ ਓਨਲੀ ਫੁੱਟਬਾਲ ਐਂਡ ਹਾਕੀ ਲਿਖਿਆ ਹੁੰਦਾ ਤਾਂ ਓਨਲੀ ਫੁੱਟਬਾਲ ਐਂਡ ਹਾਕੀ ਦਾ ਮਤਲਬ ਬਾਸਕਟਬਾਲ ਤੋਂ ਬਾਹਰ। ਫਿਰ ਬਾਸਕਟਬਾਲ ਤੋਂ ਬਾਹਰ ਆਪਾਂ ਕੱਲਾ ਆ ਪੋਰਸ਼ਨ ਲੈ ਲੈਂਦੇ, ਪਰ ਹੁਣ ਫਿਰ ਜੇ ਉਹ ਪੋਰਸ਼ਨ 27 ਹੁੰਦਾ ਤਾਂ ਮੈਂ ਅੰਦਰ 27 ਲਿਖ ਦਿੰਦਾ, ਪਰ ਹੁਣ ਸਾਰਾ ਕਾਮਨ 27 ਹੈ ਤਾਂ ਇਸ ਕਰਕੇ ਬਾਹਰ ਲਿਖਤਾ। ਇਸ ਤੋਂ ਬਾਅਦ ਉਹ ਕਹਿੰਦੇ ਨੋ ਗੇਮ ਵਾਲੇ 5% ਨੇ।
ਆ ਮੈਂ नो गेम वाले ਇੱਥੇ ਲਿਖ ਦਿੰਨਾ, ਜਿਨ੍ਹਾਂ ਨੂੰ ਕੋਈ ਗੇਮ ਨਹੀਂ ਪਸੰਦ ਉਹ 5 ਬੱਚੇ ਨੇਗੇ, परसेंटेज ਦੇ ਵਿੱਚ 5 ਨੇਗੇ, ਤਾਂ ਆਪਾਂ ਨੂੰ ਆ ਵਿਚਲੀ ਵੈਲਿਊ ਨਹੀਂ ਪਤਾ। ਯੂਜੂਅਲੀ ਕੁਐਸਚਨਸ ਸੋਲਵ ਕਰਾਉਂਦਿਆਂ ਮੈਂ ਕਹਿੰਦਾ ਹੁੰਦਾ ਸੀਗਾ ਕਿ ਤੁਸੀਂ ਬਿਲਕੁਲ ਸੈਂਟਰ ਵਾਲੀ ਵੈਲਿਊ ਤੋਂ ਭਰਨਾ ਸ਼ੁਰੂ ਕਰਨਾ ਹੈ। ਸੈਂਟਰ ਵਾਲੀ ਵੈਲਿਊ ਉਹ ਵੈਲਿਊ ਜਿਹੜੀ ਤਿੰਨਾਂ ਗੇਮਸ ਦਾ ਪਾਰਟ ਹੈ, ਤਿੰਨਾਂ ਸਬਜੈਕਟਾਂ ਦਾ ਪਾਰਟ ਹੈ, ਪਰ ਉਹ ਵੈਲਿਊ ਨਾ ਤਾਂ ਪਿਛਲੇ ਕੁਐਸਚਨ 'ਚ ਦਿੱਤੀ ਹੋਈ ਸੀ ਨਾ ਹੀ ਇਸ ਕੁਐਸਚਨ 'ਚ ਦਿੱਤੀ ਹੈ, ਤਾਂ ਇਸ ਵੈਲਿਊ ਨੂੰ ਕਿਵੇਂ ਕੱਢਣਾ ਹੈ? ਇਹਨੂੰ ਮੈਂ ਇਹ ਮੰਨ ਲਿਆ। ਹੁਣ ਤੁਸੀਂ ਇਹ ਦੇਖੋ ਕਿ ਜਦੋਂ ਸਾਨੂੰ ਆ ਵਿਚਲੀ ਵੈਲਿਊ ਨਹੀਂ ਪਤਾ, ਸਿਰਫ ਵਿਚਲੀ ਵੈਲਿਊ ਹੀ ਨਹੀਂ ਪਤਾ, ਸਾਨੂੰ ਆ ਵੀ ਨਹੀਂ ਪਤਾ ਫੁੱਟਬਾਲ ਐਂਡ ਹਾਕੀ ਦਾ ਪੋਰਸ਼ਨ ਕਿੰਨਾ ਹੈ, ਜਿਹੜਾ ਜੋੜ ਕੇ 27 ਬਣਦਾ ਹੈ, ਉੱਪਰਲਾ ਹਿੱਸਾ ਤੇ ਹੇਠਲਾ ਹਿੱਸਾ ਜੋੜ ਕੇ 27 ਬਣਦਾ ਹੈ, ਉਹ 'ਚ ਹੇਠਲਾ ਹਿੱਸਾ ਤਿੰਨਾਂ ਦਾ ਕਾਮਨ ਤਾਂ ਨਹੀਂ ਪਤਾ, ਜਿਹਨੂੰ ਮੈਂ ਇਹ ਲਿਖਤਾ ਉੱਪਰਲਾ ਵੀ ਨਹੀਂ ਪਤਾ, ਇਸੇ ਤਰ੍ਹਾਂ ਆ ਵੀ ਨਹੀਂ ਪਤਾ, ਪਰਲਾ ਵੀ ਨਹੀਂ ਪਤਾ। ਤਾਂ ਇੱਥੇ ਹਮੇਸ਼ਾ ਮੈਂ ਤੁਹਾਨੂੰ ਕਿਹਾਗਾ ਕਿ ਕੀ ਕਰਨਾ ਹੁੰਦਾ ਹੈ ਕਿ ਟੋਟਲ ਜਿਹੜੇ ਬੱਚੇ ਨੇ ਉਹ ਤੁਸੀਂ ਮੰਨਣੇ ਆ ਸਿੰਗਲ ਵੈਲਿਊਜ਼ ਕਿਹੜੀਆਂ ਨੇ? ਸਿੰਗਲ ਫੁੱਟਬਾਲ ਹੈ, ਹਾਕੀ ਹੈ, ਬਾਸਕਟਬਾਲ ਹੈ, ਤਾਂ ਸਿੰਗਲ ਦੇ ਵਿੱਚ ਓਨਲੀ ਨਹੀਂ ਲੈਣਾ ਫੁੱਟਬਾਲ ਸਾਰੀ ਦੀ ਸਾਰੀ, ਹਾਕੀ ਸਾਰੀ ਦੀ ਸਾਰੀ, ਬਾਸਕਟਬਾਲ ਸਾਰੀ ਦੀ ਸਾਰੀ। ਤਾਂ ਜਦੋਂ ਤੁਸੀਂ ਸਿੰਗਲ ਵੈਲਿਊਜ਼ ਕਾਊਂਟ ਕੀਤੀਆਂ, ਇਹਦੇ ਪਿੱਛੇ ਲੌਜੀਕ ਕੀ ਹੈ ਮੈਂ ਮਾੜਾ ਜਿਹਾ ਬਰੀਫ ਕਰ ਦਿੰਨਾਗਾ, ਉਹ ਐਕਸਪਲੇਨ ਨਹੀਂ ਕਰੂੰਗਾ ਇੱਥੇ ਮੈਂ। ਆਪਾਂ ਟੋਟਲ ਬੱਚੇ ਗਿਣਨੇ ਸੀਗੇ, ਮੈਂ ਫੁੱਟਬਾਲ ਵਾਲੀ ਲਿਸਟ ਪੜ੍ਹੀ, ਫੁੱਟਬਾਲ ਵਾਲੀ ਲਿਸਟ 'ਚ 49 ਬੱਚਿਆਂ ਦਾ ਨਾਮ ਸੀਗਾ, ਮੈਂ ਫਿਰ ਹਾਕੀ ਵਾਲੀ ਲਿਸਟ ਪੜ੍ਹੀ 53 ਬੱਚਿਆਂ ਦਾ ਨਾਮ, ਫਿਰ ਮੈਂ ਬਾਸਕਟਬਾਲ ਵਾਲੀ ਲਿਸਟ ਪੜ੍ਹੀ ਉਹ 'ਚ 62 ਬੱਚਿਆਂ ਦਾ ਨਾਮ, ਤਾਂ ਮੈਂ ਤਿੰਨਾਂ ਨੂੰ ਜੋੜ ਲਿਆ ਤਾਂ ਸਿੰਗਲ ਐਡ ਕਰ ਲਏ। ਮੈਂ ਸਿੰਗਲ ਐਡ ਕੀਤੇ ਤਾਂ ਉਦੋਂ ਮੈਂ ਦੇਖਿਆ ਕਿ ਯਾਰ ਕੁਝ ਬੱਚਿਆਂ ਦੇ ਨਾਮ ਫੁੱਟਬਾਲ ਹਾਕੀ ਦੋਨਾਂ ਲਿਸਟਾਂ 'ਚ ਨੇ, ਡਬਲ 'ਚ ਹੈ, ਹਾਕੀ ਬਾਸਕਟਬਾਲ ਦੋਨਾਂ ਲਿਸਟਾਂ 'ਚ ਨੇ, ਡਬਲ 'ਚ ਹੈ, ਫੁੱਟਬਾਲ ਬਾਸਕਟਬਾਲ ਦੋਨਾਂ ਲਿਸਟਾਂ 'ਚ ਨੇ, ਡਬਲ 'ਚ ਹੈ। ਤਾਂ ਜਿਹੜੇ ਬੱਚਿਆਂ ਦੇ ਨਾਮ ਡਬਲ ਲਿਸਟਾਂ 'ਚ ਨੇ ਉਹ ਮੈਂ ਦੋ ਵਾਰ ਐਡ ਕਰ ਲੈਣਾ, ਫੁੱਟਬਾਲ 'ਚ ਜੋੜ ਲੈ, ਹਾਕੀ 'ਚ ਵੀ ਜੋੜ ਲੈ, ਤਾਂ ਉਹ ਦੋ ਵਾਰ ਐਡ ਹੋ ਗਏ ਤਾਂ ਇੱਕ ਵਾਰੀ ਮਾਈਨਸ ਕਰਾਂਗੇ, ਤਾਂ ਸਿੰਗਲ ਦੇ ਵਿੱਚੋਂ ਡਬਲ ਮਾਈਨਸ ਕਰਨਾ। ਪਰ ਜਦੋਂ ਮੈਂ ਡਬਲ ਮਾਈਨਸ ਕੀਤਾ ਮੈਂ ਦੇਖਿਆ ਕਿ ਜਿਹੜੇ ਬੱਚਿਆਂ ਦਾ ਨਾਮ ਤਿੰਨਾਂ ਲਿਸਟਾਂ 'ਚ ਸੀ ਉਹ ਤਿੰਨੋਂ ਹੀ ਮਾਈਨਸ ਹੋ ਗਏ, ਉਹਨਾਂ ਨੂੰ ਫਿਰ ਇੱਕ ਵਾਰ ਐਡ ਕਰਨਾ, ਤਾਂ ਟ੍ਰਿਪਲ ਨੂੰ ਐਡ ਕਰਨਾ, ਟ੍ਰਿਪਲ ਨੂੰ ਐਡ ਕਰਨਾ ਤਾਂ ਸਾਡਾ ਟੋਟਲ ਆ ਜਾਊਗਾ। ਤਾਂ ਟੋਟਲ ਕੱਢਣ ਵੇਲੇ ਜਾਂ ਟੋਟਲ ਨਹੀਂ ਵਿਚਲੀ ਵੈਲਿਊ ਕੱਢਣ ਵੇਲੇ ਤੁਸੀਂ ਹਮੇਸ਼ਾ ਕੀ ਕਰਨਾ ਹੈ? ਸਿੰਗਲ ਮਾਈਨਸ ਡਬਲ ਪਲੱਸ ਟ੍ਰਿਪਲ। ਇੱਥੇ ਓਨਲੀ ਦਾ ਕੇਸ ਨਹੀਂ ਲੈਣਾ ਹੁੰਦਾ, ਸਾਰੇ ਦਾ ਕੇਸ ਲੈਣਾ ਹੁੰਦਾ। ਤਾਂ ਸਿੰਗਲ ਕਿੰਨਾ ਆ ਗਿਆ? 49 53 62। ਸਿੰਗਲ ਆ ਗਿਆ ਤੁਹਾਡਾ 49 53 62 ਮਾਈਨਸ ਡਬਲ ਕਿੰਨਾ? 27 28 29। ਡਬਲ ਕਿੰਨਾ? 27 28 29 ਪਲੱਸ ਟ੍ਰਿਪਲ ਕਿੰਨਾ? A। ट्रिपल तो यही है ना, तो एक किहदे बराबर है? 22 बन के 100 ना लिख दिओ, क्योंकि परसेंटेज चल रहा है तो गलती नाल 100 ना लिख दिओ। 5% कुछ भी नहीं खेडते देखते हैगे तो 95 के बराबर आऊगा। जेडे बच्चे वेन डायग्राम दे विच बैठे है कोई ना कोई गेम देखते हो 95 ने, क्योंकि 5% तो कुछ भी नहीं ना देखते, तो 95 के इक्वल पुट करांगे। तो 49 53 62 कितना आ गया? 5 4 9 6 15 16 2 16 5 सॉरी 16 4 164 माइनस 27 28 55 ਤੇ 29 84 प्लस A इज इक्वल टू 95। बच्चे 164 माइनस 84 ਤਾਂ 80 ਰਹਿ ਗਿਆ। 80 ਦੇ ਵਿੱਚ ਕੀ ਐਡ ਕਰੀਏ? A ਦੀ ਵੈਲਿਊ ਕੀ ਹੋ ਗਈ? 95 ਬਣ ਜੇ। A ਦੀ ਵੈਲਿਊ 15 ਆ ਗਈ ਤੁਹਾਡੀ। ਜਦੋਂ ਬੱਚੇ ਤੁਹਾਡੀ A ਦੀ ਵੈਲਿਊ 15 ਆ ਗਈ, ਆ ਮੈਂ ਮਾੜੀ ਜੀ ਸਫਾਈ ਕਰਦਾ ਤਾਂ ਕਿ ਤੁਹਾਨੂੰ PDF ਜਦੋਂ ਮੈਂ ਪ੍ਰੋਵਾਈਡ ਕਰਾਵਾਂ PDF ਦੇ ਵਿੱਚ ਵੀ साफ दिखे। जदों A की वैल्यू 15 आ गई तो A की वैल्यू भरो। A की वैल्यू 15 भरांगे। हुण फुटबॉल हॉकी का सारा कॉमन 27 सी, पर 27 चों 15 इत्थे तो 12 रह गया। फुटबॉल बास्केटबॉल का सारा कॉमन 28 है, 28 चों 15 उत्थे तो यह 13 रह गया। इसी तरह हॉकी बास्केटबॉल का सारा कॉमन 29 है, 29 चों 15 इत्थे तो यह 14 रह गया। तो यह वैल्यूज आ गई। हुण फुटबॉल का सारा की है 49, फुटबॉल का सर्कल 49, 49 चों 15 ते 12 27 ते 13 40, 40 कड्डे तो 9 रह गया। हॉकी का सारा सर्कल 53, 53 चों 15 ते 14 29, 29 ते 12 41 कड्डे 12 रह गया। बास्केटबॉल का सारा सर्कल 62, 62 दे विचों 13 14 15 यानी कि 42 कड्डे 20 रह गया। तो परसेंटेज दे विच सारिया वैल्यूज आ गई। फुटबॉल हॉकी ते बास्केटबॉल दी जिहड़ी आपां वैन डायग्राम बनाई ते कोई गेम ना खेडण वाले बच्चे भी सानू पता सी 5% ने यह 95 बन जाणगे। तां इह जदों तुहाडे कोल वैल्यूज आ गईयां फिर ओही गल 2 ਤੋਂ 2.5 मिनट ਵੱਧ ਤੋਂ ਵੱਧ 2.5-3 मिनट इस तो ज्यादा समा किसी नूं नहीं लगूगा जिन्हों यह आउंदा होऊगा, जां तां ਇੰਨਾ ਕੁ ਸਮਾਂ ਲੱਗ ਜੂ ਵੀ ਨਿਕਲਣਾ ਹੀ ਨਹੀਂ। ਜਿਨ੍ਹਾਂ ਨੂੰ ਆਉਂਦਾ ਉਹ 2 ਤੋਂ 2.5 ਮਿੰਟ ਲੈਣਗੇ, ਇਸ ਤੋਂ ਜ਼ਿਆਦਾ ਸਮਾਂ ਨਹੀਂ ਲੈਣਗੇ। ਜਦੋਂ ਵੈਲਿਊਜ਼ ਐਕਸਟ੍ਰੈਕਟ ਕਰ ਲੀਆਂ, ਜੋ ਮਰਜ਼ੀ ਪੁੱਛੀ ਜਾਵੇ ਐਗਜ਼ਾਮੀਨਰ,
ਤੁਸੀਂ 10-10 ਸਕਿੰਟ 5-5 ਸਕਿੰਟਾਂ ਚ ਆਨਸਰ ਕਰੋਗੇ ਬਾਈ। ਸਾਰੀਆਂ ਵੈਲਿਊਜ਼ ਪਰਸੈਂਟੇਜ ਦੇ ਵਿੱਚ ਮੈਂ ਲਿਖ ਲਿਆ ਆ ਵੀ ਅੰਦਰਲੀਆਂ ਵੈਲਿਊਜ਼ ਪਰਸੈਂਟੇਜ ਦੇ ਵਿੱਚ ਨੇ 9 12 12 13 15 14 20 9 12 12 13 15 14 20 9 ਗੇਮ 5%। ਐਗਜ਼ਾਮੀਨਰ ਕਹਿੰਦਾ ਹਾਊ ਮੈਨੀ ਸਟੂਡੈਂਟਸ ਇੰਜੋਏ ਵਾਚਿੰਗ ਆਲ ਦਾ 3 ਗੇਮਸ। ਤਾਂ ਸਾਰੀਆਂ ਤਿੰਨੇ ਗੇਮਾਂ ਖੇਡਣੀਆਂ ਕਿੰਨੇ ਬੱਚਿਆਂ ਨੂੰ ਪਸੰਦ ਨੇ, ਦੇਖਣੀਆਂ ਸੱਚ ਕਿੰਨੇ ਬੱਚਿਆਂ ਨੂੰ ਪਸੰਦ ਨੇ ਉਹ ਪੋਰਸ਼ਨ ਜਿਹੜਾ ਤਿੰਨਾਂ ਗੇਮਸ ਦਾ ਕਾਮਨ ਹੈ। ਤਾਂ 15। ਤਾਂ ਇਸ ਕੁਐਸਚਨ ਦਾ ਆਨਸਰ ਕੀ ਆ ਗਿਆ ਤੁਹਾਡਾ 15 ਨਾਲ ਲੱਗ ਜਾਓ 15% ਹੈ ਕਿਉਂਕਿ 15% ਕਾਹਦਾ 500 ਦਾ। ਤਾਂ 15% ਆਫ 500 ਆ ਗਿਆ ਤੁਹਾਡਾ 75। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਕਿੰਨਾ ਆ ਜਾਊਗਾ 75। ਤਾਂ ਉਹੀ ਨਾ 15 ਲੱਭਣ ਲੱਗ ਜਿਓ। ਮੈਂ ਜਿਹੜੀਆਂ ਵੈਲਿਊਜ਼ ਲਿਖੀਆਂ ਨੇ ਇਹ ਪਰਸੈਂਟੇਜ ਦੇ ਵਿੱਚ ਨੇ, ਬਾਹਰ ਵੀ ਟੋਟਲ ਪਰਸੈਂਟੇਜ 'ਚ ਲਿਖਿਆ, ਉੱਥੇ ਸਾਈਨ ਪਤਾ ਅੰਦਰ ਮੈਂ ਸਾਈਨ ਨਹੀਂ ਪਾਇਆ ਪਰ ਉਹ ਪਰਸੈਂਟੇਜ ਦੇ ਵਿੱਚ ਹੈ। ਐਗਜ਼ਾਮੀਨਰ ਨੇ ਨੰਬਰ ਪੁੱਛੇ ਤਾਂ 15% 500 ਦਾ ਕੱਢਾਂਗੇ ਕਿਉਂਕਿ ਟੋਟਲ 500 ਸਟੂਡੈਂਟ ਸੀ 75। ਅਗਲਾ ਕੁਐਸਚਨ ਐਗਜ਼ਾਮੀਨਰ ਕਹਿੰਦਾ the number of students who prefer to watch only football is what percent of those who prefer only hockey। ਤਾਂ ਐਗਜ਼ਾਮੀਨਰ ਬੇਸਿਕਲੀ ਪਰਸੈਂਟੇਜ ਦੇ ਵਿੱਚ ਪੁੱਛ ਰਿਹਾ ਹੈ ਕਿ ਓਨਲੀ ਫੁੱਟਬਾਲ ਵਾਲੇ ਬੱਚੇ ਨੇ ਜਿਹੜੇ is what percent of ਓਨਲੀ ਹਾਕੀ ਵਾਲੇ, ਤੇ ਪਰਸੈਂਟੇਜ ਕੱਢਣੀ ਹੈ ਤਾਂ ਇਹਦਾ ਮਤਲਬ ਆਪਾਂ ਗੁਣਾ 100 ਕਰਨਾ ਹੈਗਾ। ਤਾਂ ਬੱਚੇ ਓਨਲੀ ਫੁੱਟਬਾਲ ਵਾਲੇ ਕਿੰਨੇ ਹੈ 9 ਬੱਚੇ, ਓਨਲੀ ਹਾਕੀ ਵਾਲੇ ਕਿੰਨੇ ਹੈ 12 ਬੱਚੇ। ਤਾਂ ਬੇਸਿਕਲੀ ਆਪਾਂ 9/12 ਸੋਲਵ ਕਰਨਾ ਹੈ। ਪਰਸੈਂਟੇਜ ਦੇ ਵਿੱਚ ਕੀ ਬਣਿਆ ਤਾਂ ਬੱਚੇ 9/12 3 ਦੇ ਟੇਬਲ 'ਚ 3/4 9/12 ਜਿਹੜਾ 3/4 3/4 ਕਿੰਨਾ ਹੋ ਗਿਆ 75%। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਆ ਗਿਆ ਸੈਕਿੰਡ ਆਪਸ਼ਨ 75%। ਕਲੀਅਰ ਹੈ ਜੀ। ਆ 9 ਬੱਚੇ ਤੇ 12 ਬੱਚੇ ਨਹੀਂ ਹੈਗਾ, ਇਹ ਅਸਲ 'ਚ 9% ਤੇ 12% ਸੀਗਾ ਪਰ ਕਿਉਂਕਿ 9% ਦਾ ਬੇਸ ਵੀ ਉਹੀ 500 ਹੈ 12% ਦਾ ਬੇਸ ਵੀ ਸੇਮ ਹੈ ਤਾਂ ਉੱਪਰ ਥੱਲੇ ਬੇਸ ਸੇਮ ਨੇ ਕੱਟੇ ਹੀ ਜਾਣਾ ਸੀ, ਇਸ ਕਰਕੇ ਮੈਂ 9 ਤੇ 12 ਦੇ ਨਾਲ ਹੀ ਸੋਲਵ ਕਰਤਾ ਇਸ ਕੁਐਸਚਨ ਨੂੰ, ਵੈਲਿਊ ਨਹੀਂ ਕੱਢੀਆਂ ਹੈਗੀਆਂ। ਕਲੀਅਰ ਹੋ ਗਿਆ ਬੱਚੇ। ਓਨਲੀ ਫੁੱਟਬਾਲ ਇਜ਼ what percent of ਓਨਲੀ ਹਾਕੀ ਇਹ ਕੁਐਸਚਨ ਸੀਗਾ। ਅਗਲਾ ਸਵਾਲ ਕੈਲਕੂਲੇਟ ਦਾ ਨੰਬਰ ਆਫ ਸਟੂਡੈਂਟਸ ਹੂ ਪ੍ਰੈਫਰ ਟੂ ਵਾਚ ਓਨਲੀ ਵਨ ਆਫ ਦਾ 3 ਗੇਮਸ। ਉਹ ਬੱਚੇ ਜਿਹੜੇ ਓਨਲੀ ਵਨ ਆਫ ਦਾ 3 ਗੇਮਸ, ਉਹ ਬੱਚੇ ਜਿਹੜੇ ਕੋਈ ਇੱਕ ਗੇਮ ਹੀ ਸਿਰਫ ਇੱਕ ਓਨਲੀ ਲਿਖਿਆ ਸਿਰਫ ਇੱਕ ਗੇਮ ਦੇਖਣੀ ਪਸੰਦ ਕਰਦੇ ਪਰ ਇੱਕ ਕਿਹੜੀ ਕੋਈ ਵੀ। ਤਾਂ ਓਨਲੀ ਫੁੱਟਬਾਲ ਓਨਲੀ ਹਾਕੀ ਓਨਲੀ ਬਾਸਕਟਬਾਲ। ਪਰਸੈਂਟੇਜ ਕਿੰਨਾ ਆ ਗਿਆ 9 12 ਤੇ 20 ਇਹ ਹੋ ਗਿਆ 41% ਤੇ 41% ਕਾਹਦਾ 500 ਦਾ ਉਹ ਹੋ ਗਏ 205 ਬੱਚੇ। ਤਾਂ 41% ਹੋ ਗਿਆ 500 ਦਾ ਆਨਸਰ ਆ ਗਿਆ 41% 500 ਦਾ 205। ਸਮਝ ਆ ਗਿਆ ਬੱਚੇ ਇਹ ਕੁਐਸਚਨ। ਅਗਲਾ ਕੁਐਸਚਨ determine how many students enjoy watching at least 2 of the games। ਬੱਚੇ at least 2 ਦਾ ਮਤਲਬ ਘੱਟ ਤੋਂ ਘੱਟ 2 ਗੇਮਸ। at least ਦਾ ਮਤਲਬ ਹੁੰਦਾ ਹੈ ਘੱਟ ਤੋਂ ਘੱਟ 2, ਤਾਂ ਘੱਟ ਤੋਂ ਘੱਟ 2 ਦਾ ਮਤਲਬ ਕੀ ਹੈ 2 ਗੇਮਸ ਜਾਂ 3 ਗੇਮਸ, ਕਿਉਂਕਿ 3 ਤੋਂ ਜ਼ਿਆਦਾ ਤਾਂ ਨਹੀਂ ਹੈਗੀਆਂ ਤਾਂ 2 ਜਾਂ 3 ਗੇਮਸ ਖੇਡਣ ਵਾਲੇ ਬੱਚੇ। ਤਾਂ 2 ਗੇਮਸ ਵਾਲੇ ਕਿੰਨੇ ਹੈਗੇ ਦੇਖਣ ਵਾਲੇ 2 ਵਾਲੇ 13 12 ਤੇ 14 ਤੇ 3 ਵਾਲੇ ਕਿੰਨੇ ਹੈ 15। ਤਾਂ ਆਪਣਾ ਆਨਸਰ ਕਿੰਨਾ ਆ ਜਾਊਗਾ 13 12 14 ਪਲੱਸ 15 13 12 14 39 ਤੇ 15 54 54%। ਤਾਂ 54% ਕਿੰਨਾ ਹੋ ਗਿਆ 270 ਬੱਚੇ। ਸੈਕਿੰਡ ਆਪਸ਼ਨ ਸਮਝ ਆ ਗਿਆ ਜੀ ਸਾਰਿਆਂ ਨੂੰ। ਇਹ ਆ ਗਿਆ 500 ਦਾ 54% ਕੱਢਣਾ ਸੀ ਤਾਂ 270 ਬੱਚੇ 5 4 9 3 12 13 14 ਹਾਂ ਬਿਲਕੁਲ ਠੀਕ ਹੈ ਬੱਚੇ। ਅਗਲਾ ਕੁਐਸਚਨ ਦੇਖੋ ਜੀ ਐਗਜ਼ਾਮੀਨਰ ਕਹਿੰਦਾ ਇਹ ਸਾਰੇ ਦੇ ਸਾਰੇ ਕੁਐਸਚਨ ਸਾਡੇ 10-10 ਸਕਿੰਟ ਵਾਲੇ ਆ। ਫਾਈਂਡ ਦਾ ਰੇਸ਼ੀਓ ਫਾਈਂਡ ਕਰਨੀ ਹੈ ਕਿਹਦੀ ਹੂ ਪ੍ਰੈਫਰ ਵਾਚਿੰਗ ਫੁੱਟਬਾਲ। ਬੱਚੇ ਹੁਣ ਫੁੱਟਬਾਲ ਦੇ ਨਾਲ ਓਨਲੀ ਨਹੀਂ ਲਿਖਿਆ ਤਾਂ ਹੁਣ 53 ਦੀ ਗੱਲ ਹੋ ਰਹੀ ਹੈ। ਹੂ ਪ੍ਰੈਫਰ ਵਾਚਿੰਗ ਫੁੱਟਬਾਲ ਐਂਡ ਸੌਰੀ ਫੁੱਟਬਾਲ ਇੱਧਰ ਹੈ 49 ਮੈਂ ਹਾਕੀ ਸਰਕਲ ਕਰ ਗਿਆ। ਫੁੱਟਬਾਲ ਵਾਲੇ 49 ਐਂਡ ਹੂ ਪ੍ਰੈਫਰ ਵਾਚਿੰਗ ਹਾਕੀ ਐਂਡ ਬਾਸਕਟਬਾਲ ਓਨਲੀ। ਹਾਕੀ ਐਂਡ ਬਾਸਕਟਬਾਲ ਓਨਲੀ ਕਿਹੜੇ ਆ 14। ਜੇ ਓਨਲੀ ਨਾ ਲਿਖਿਆ ਹੁੰਦਾ ਤਾਂ ਹਾਕੀ ਬਾਸਕਟਬਾਲ ਦੇ ਹੋ ਜਾਂਦੇ 15 14 29 ਪਰ ਹੁਣ ਐਗਜ਼ਾਮੀਨਰ ਨੇ ਓਨਲੀ ਲਿਖਤਾ ਤਾਂ ਫੁੱਟਬਾਲ ਤੋਂ ਬਾਹਰ ਦੇਖਾਂਗੇ ਹਾਕੀ ਬਾਸਕਟਬਾਲ ਵਾਲੇ 14। ਐਗਜ਼ਾਮੀਨਰ ਨੇ ਰੇਸ਼ੀਓ ਪੁੱਛੀ ਹੈ ਤਾਂ ਇੱਧਰ 49 ਉਧਰ 14 49 ਤੇ 14 ਕਿਹਦੇ ਟੇਬਲ 'ਚ ਕੱਟਿਆ ਗਿਆ 7 ਦੇ ਟੇਬਲ 'ਚ ਕੱਟਿਆ ਦੋਨੇ ਪਾਸੇ 7:2। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਕਿੰਨਾ ਆ ਗਿਆ 7:2। ਤਾਂ ਕਿੰਨਵਾਂ ਆਪਸ਼ਨ ਸੈਕਿੰਡ ਆਪਸ਼ਨ ਬੱਚੇ ਇਸ ਕੁਐਸਚਨ ਦਾ ਆਨਸਰ। ਇਹ ਆਪਣਾ ਇੱਕ ਕੁਐਸਚਨ ਸੀਗਾ ਡੀਆਈ ਦਾ ਤਾਂ ਆਪਾਂ ਬੇਸਿਕਲੀ 2 ਸੈੱਟ ਡੀਆਈ ਦੇ ਇਸੇ ਸਪੀਡ ਤੇ ਕੀਤੇ ਨੇ। ਪਿਛਲੇ ਸਾਲ ਨਾਇਬ ਤਹਿਸੀਲਦਾਰ ਦੇ ਪੇਪਰ 'ਚ
DI ਦਾ ਜਿਹੜਾ ਆਪਣਾ ਕੇਸ ਸਟੱਡੀਜ਼ ਦਾ ਸੈੱਟ ਆਇਆ ਸੀਗਾ, ਅਗਲੇ ਸਾਲ ਨੈਬ ਦਾ ਪੇਪਰ ਦੁਬਾਰਾ ਹੋ ਰਿਹਾ ਹੈਗਾ, ਸੀਨੀਅਰ ਅਸਿਸਟੈਂਟ ਕਦੇ ਵੀ ਹੋ ਸਕਦਾ ਹੈ। ਨਾਲ ਹੀ ਨਾਲ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਜਿਹੜਾ ਪੇਪਰ ਹੈਗਾ, ਇਹਨਾਂ ਪੇਪਰਾਂ ਦੇ ਵਿੱਚ ਜਿਨ੍ਹਾਂ 'ਚ ਮੈਥ ਦੇ ਸਵਾਲਾਂ ਦਾ ਲੈਵਲ ਵੀ ਵਧੀਆ ਰਹਿੰਦਾ ਹੈ, ਵੇਟੇਜ ਵੀ ਚੰਗੀ ਰਹਿੰਦੀ ਹੈ, ਨਾਲ DI ਦੀ ਵੇਟੇਜ ਵੀ ਰਹਿੰਦੀ ਹੈ। DI ਦੇ ਕੁਝ ਸਵਾਲ ਪੁੱਛੇ ਜਾਂਦੇ ਆ ਤੇ ਉਹ ਵੀ ਚੰਗੇ ਕਿਸਮ ਦੇ, ਕੋਈ ਜਵਾਕਾਂ ਵਾਲੇ ਸਵਾਲ ਨਹੀਂ ਕਿ ਦੇਖਣ ਸਾਰਾ ਆਨਸਰ ਆਇਆ। ਤਾਂ ਜੇ ਤੁਸੀਂ ਨੈਬ ਦਾ ਪੇਪਰ ਚੰਗੇ ਤਰੀਕੇ ਨਾਲ ਕਰਨਾ ਚਾਹੁੰਦੇ ਹੋ, ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਪੇਪਰ ਚੰਗੇ ਤਰੀਕੇ ਨਾਲ ਕਰਨਾ ਚਾਹੁੰਦੇ ਹੋ, DI ਮੈਥ ਜਿੰਨੀ ਇੰਪੋਰਟੈਂਸ ਰੱਖਦੀ ਹੈ, ਜਿੰਨਾ ਚੰਗਾ ਮੈਥ ਕੀਤਾ, ਜਿੰਨੀ ਚੰਗੀ ਕੈਲਕੂਲੇਸ਼ਨ ਕੀਤੀ, ਜਿੰਨਾ ਚੰਗਾ ਨੰਬਰ ਸਿਸਟਮ ਕੀਤਾ, ਓਨਾ ਹੀ ਚੰਗਾ ਸਾਨੂੰ DI ਵਾਲਾ ਸਾਰਾ ਪੋਰਸ਼ਨ ਕਰਨਾ ਪੈਣਾ। ਇਹ ਆਪਣਾ ਇੱਕ ਸੈੱਟ ਸੀਗਾ, ਮੇਰੇ ਖਿਆਲ 'ਚ ਸੈੱਟ ਨਿਬੜ ਗਿਆ। ਆਹ ਸੈੱਟ ਸਭ ਤੋਂ ਇੰਟਰਸਟਿੰਗ ਹੈ। ਤੀਜਾ ਸੈੱਟ ਜਿਹੜਾ ਹੁਣ ਆਪਾਂ ਕਰਨ ਜਾ ਰਹੇ ਹਾਂ, ਇਹਦੇ ਬਾਰੇ ਮੈਂ ਸੈਸ਼ਨ ਦੀ ਸਟਾਰਟਿੰਗ ਦੇ ਵਿੱਚ, ਸ਼ੁਰੂ ਦੇ ਵਿੱਚ ਹੀ ਦੱਸਿਆ ਸੀਗਾ ਕਿ ਭਾਈ ਤੀਜਾ ਸੈੱਟ ਹੈ ਜਿਹੜਾ ਥੋੜਾ ਜਿਹਾ ਤੰਗ ਕਰੂਗਾ। ਸੋ ਇਸ ਕਰਕੇ ਧਿਆਨ ਨਾਲ ਬਾਈ ਬਣ ਕੇ ਸਾਰਿਆਂ ਨੇ ਦੇਖਣਾ ਹੈਗਾ ਕੁਐਸਚਨ ਨੂੰ ਕਿਵੇਂ ਸੋਲਵ ਕਰਦੇ ਆ। ਹੁਣ ਤੱਕ ਦੇ ਤਾਂ ਜਿਹੜੇ ਸੈੱਟ ਦਿੱਤੇ ਹੋਏ ਸੀਗੇ ਉਹਨਾਂ ਦੇ ਵਿੱਚ ਤਾਂ ਕੋਈ ਇਹੋ ਜਿਹੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਜਿਹੜੀ ਕੁਝ ਉਤਾਰਦੇ ਗਏ, ਕੁਝ ਇਹੋ ਜਿਹੀ ਇਨਫੋਰਮੇਸ਼ਨ ਸੀ ਜਿਹੜੀ ਉਤਾਰੀ ਗਈ। ਇਸ ਕੁਐਸਚਨ 'ਚ ਵੀ ਕੁਝ ਇਨਫੋਰਮੇਸ਼ਨ, ਕੁਝ ਵੈਲਿਊਜ਼ ਦਿੱਤੀਆਂ ਸੀ ਜਿਹੜੀਆਂ ਘੱਟੋ ਘੱਟ ਉਤਾਰੀਆਂ ਗਈਆਂ, ਤੇ ਜਿਹੜੀਆਂ ਬਾਕੀ ਲੱਭਣੀਆਂ ਸੀਗੀਆਂ ਉਹ ਬੜੇ ਆਰਾਮ ਨਾਲ ਫਿਰ ਆਪਾਂ ਲੱਭਦੇ ਜਾ ਸਕੇ। ਪਰ ਹੁਣ ਜਿਹੜਾ ਕੁਐਸਚਨ ਕਰਨ ਲੱਗਿਆ ਉਹਦੇ ਵਿੱਚ ਕੋਈ ਵੀ ਇਹੋ ਜਿਹੀ ਵੈਲਿਊ ਨਹੀਂ ਜਿਹੜੀ ਸਿੱਧੀ ਉਤਾਰੀ ਜਾ ਸਕੇ। ਸੋ ਇਸ ਕਰਕੇ ਥੋੜਾ ਜਿਹਾ ਧਿਆਨ ਨਾਲ ਦੇਖਣਾ ਪਊਗਾ ਕਿ ਵੈਲਿਊਜ਼ ਨੂੰ ਕਿਵੇਂ ਐਕਸਟ੍ਰੈਕਟ ਕਰਨਾ ਹੈ, ਇਨਫੋਰਮੇਸ਼ਨ ਸਾਰੀ ਕਿਵੇਂ ਪੜ੍ਹਨੀ ਹੈਗੀ, ਫਿਰ ਉਹਦੇ ਵਿੱਚੋਂ ਵੈਲਿਊਜ਼ ਕਿਵੇਂ ਕੱਢਣੀਆਂ ਨੇ, ਕਿਵੇਂ ਕੈਲਕੂਲੇਟ ਕਰਨੀਆਂ ਨੇਗੀਆਂ। ਕੁਐਸਚਨ 5 ਦੇ 5 ਹੱਲ ਕਰ ਲਾਂਗੇ। ਸਵਾਲ ਦੇਖੋ ਜੀ, ਐਗਜ਼ਾਮੀਨਰ ਕਹਿੰਦਾ in a school there are 360 students and all the students play either outdoor games or indoor games। ਇੱਥੇ ਬੜੀ ਕਮਾਲ ਦੀ ਗੱਲ ਹੈ, ਔਰ ਬਹੁਤ ਵੀ ਲਿਖਿਆ ਹੋਇਆ either outdoor games or indoor games, ਜਾਂ ਦੋਨੇ। ਤਾਂ ਇੱਥੇ ਕੋਈ 3 ਸਬਜੈਕਟ ਜਾਂ 3 ਗੇਮਸ ਨਹੀਂ ਹੈਗੀਆਂ, ਇੱਥੇ 2 ਹੀ ਨੇ, ਆਊਟਡੋਰ ਗੇਮਸ ਨੇ ਜਾਂ ਇੰਡੋਰ ਗੇਮਸ ਨੇ, ਜਾਂ ਫਿਰ ਦੋਨੇ ਦਾ ਮਤਲਬ ਉਹਨਾਂ ਦਾ ਕਾਮਨ ਪੋਰਸ਼ਨ ਹੈ। ਤਾਂ ਇੱਥੇ ਸਾਡੀ ਜਿਹੜੀ ਵੈਨ ਡਾਇਗਰਾਮ ਬਣਨੀ ਹੈ ਉਹ 3 ਸਰਕਲਾਂ ਦੀ ਨਹੀਂ ਬਣਨੀ, ਉਹ 2 ਹੀ ਸਰਕਲਾਂ ਦੀ ਬਣਨੀ ਹੈ। ਤਾਂ 2 ਸਰਕਲਾਂ ਦੀ ਬਣਨੀ ਹੈ, ਇਹ ਸੁਣ ਕੇ ਖੁਸ਼ ਹੋਣ ਦੀ ਲੋੜ ਨਹੀਂ ਹੈਗੀ ਕਿ ਬਈ 3 ਦੀ ਜਗ੍ਹਾ 2 ਦੀ ਬਣਨੀ ਹੈ ਤਾਂ ਬਹੁਤ ਸੌਖਾ ਹੈਗਾ। ਸੌਖਾ ਨਹੀਂ ਰਹਿਣਾ। ਕਿਉਂ ਨਹੀਂ ਰਹਿਣਾ? ਕਿਉਂਕਿ ਟੋਟਲ ਸਟੂਡੈਂਟ ਨਹੀਂ 2 ਸਰਕਲਾਂ 'ਚ ਵੰਡਣੇ, ਉਹ ਟੋਟਲ ਸਟੂਡੈਂਟਸ ਦੇ ਵਿੱਚੋਂ ਮੁੰਡੇ ਅਲੱਗ ਹੋਣਗੇ, ਕੁੜੀਆਂ ਅਲੱਗ ਹੋਣਗੀਆਂ। ਸੋ ਗੇਮਾਂ ਸਾਡੀਆਂ 2 ਹੀ ਨੇ, ਆਊਟਡੋਰ ਨੇ ਜਾਂ ਇਨਡੋਰ ਨੇ। ਇੱਕ ਆਊਟਡੋਰ ਦਾ ਸਰਕਲ ਬਣੂ, ਇੱਕ ਇਨਡੋਰ ਗੇਮਸ ਦਾ ਸਰਕਲ ਬਣੂਗਾ, ਤੇ ਕੁਝ ਉਹਨਾਂ ਦਾ ਕਾਮਨ ਪੋਰਸ਼ਨ ਹੋਊਗਾ। ਪਰ ਉਹ ਸਾਰੇ ਸਰਕਲਾਂ ਦੇ ਵਿੱਚ ਮੁੰਡਿਆਂ ਦੀ ਗਿਣਤੀ ਵੱਖਰੀ ਹੋਊਗੀ, ਕੁੜੀਆਂ ਦੀ ਗਿਣਤੀ ਵੱਖਰੀ ਹੋਊਗੀ। ਮੁੰਡਿਆਂ ਬਾਰੇ ਅਲੱਗ ਇਨਫੋਰਮੇਸ਼ਨ, ਕੁੜੀਆਂ ਬਾਰੇ ਅਲੱਗ ਇਨਫੋਰਮੇਸ਼ਨ। ਇਸੇ ਚੀਜ਼ ਦਾ ਧਿਆਨ ਦੇਣਾ ਹੈਗਾ। ਧਿਆਨ ਨਾਲ ਦੇਖੋ ਬੱਚੇ, ਐਗਜ਼ਾਮੀਨਰ ਕਹਿੰਦਾ 360 ਸਟੂਡੈਂਟਸ play either outdoor games or indoor games, ਜਾਂ ਫਿਰ ਦੋਨੇ। number of boys is 25% more than the number of girls। ਅੱਗੇ number of students, ਬੱਚੇ ਜਿੱਥੇ students ਲਿਖਿਆ ਮਤਲਬ boys plus girls ਸਾਰੇ। playing only indoor, ਬੱਚੇ indoor ਦੇ ਨਾਲ only ਲਿਖਿਆ, ਸਮਝ ਸਕਦੇ ਹੋ ਨਾ। ਜੇ only ਨਾ ਲਿਖਿਆ ਹੋਵੇ ਫਿਰ ਤਾਂ indoor ਦਾ ਪੂਰਾ ਸਰਕਲ ਹੋ ਗਿਆ, ਪਰ ਜੇ ਓਨਲੀ ਲਿਖਿਆ ਤਾਂ ਆਊਟਡੋਰ ਤੋਂ ਬਾਹਰ ਦੇਖਾਂਗੇ ਬਾਕੀ ਦਾ ਇਨਡੋਰ। ਉਹ ਕਹਿੰਦੇ ਨੰਬਰ ਆਫ ਸਟੂਡੈਂਟਸ ਪਲੇਇੰਗ ਓਨਲੀ ਇਨਡੋਰ ਗੇਮਸ ਇਜ਼ ਇਕੁਅਲ ਟੂ ਸੇਮ ਐਜ਼ ਦਾ ਸਟੂਡੈਂਟਸ ਪਲੇਇੰਗ ਓਨਲੀ ਆਊਟਡੋਰ ਗੇਮਸ। ਤਾਂ ਕਹਿੰਦੇ ਓਨਲੀ ਇਨਡੋਰ ਤੇ ਓਨਲੀ ਆਊਟਡੋਰ ਦਾ ਨੰਬਰ ਸੇਮ ਹੈ। ਨੰਬਰ ਆਫ ਗਰਲਸ ਪਲੇਇੰਗ ਓਨਲੀ ਆਊਟਡੋਰ is the same as the girls playing both the games together। girls playing both the games together मतलब indoor ਤੇ outdoor ਦਾ common। the number of boys playing both the games together is 1/3, ਤੀਜਾ ਹਿੱਸਾ of the boys playing only outdoor games। the number of boys playing only indoor is 160%, 160% of the girls playing only outdoor। ਤਾਂ ਆਹ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਦਿੱਤੀ ਹੋਈ ਹੈ, ਉਤਾਰਦੇ ਆ। ਆ ਬੱਚੇ ਆਪਣੇ ਆ ਗਈਆਂ ਆਊਟਡੋਰ ਗੇਮਸ, ਆ ਮੰਨ ਲਓ ਆਪਣੀਆਂ ਆ ਗਈਆਂ ਇਨਡੋਰ ਗੇਮਸ। ਤਾਂ ਇੱਧਰ ਮੈਂ ਆਊਟਡੋਰ ਲਿਖ ਲੈਣਾ, ਇੱਧਰ ਮੈਂ ਇਨਡੋਰ ਲਿਖ ਲੈਣਾ। ਇੱਥੇ ਟੋਟਲ ਸਟੂਡੈਂਟ ਕਿੰਨੇ ਆ? 360। ਉਹ 360 ਦੇ ਵਿੱਚ ਐਗਜ਼ਾਮੀਨਰ ਕਹਿੰਦਾ ਮੁੰਡੇ ਆ ਜਿਹੜੇ ਉਹ ਕੀ ਹੈ 25% ਮੋਰ ਦੈਨ ਗਰਲਸ। ਬੱਚੇ 25% ਦੀ ਫ੍ਰੈਕਸ਼ਨ ਕੀ ਹੁੰਦੀ ਹੈ? 25% ਦੀ ਫ੍ਰੈਕਸ਼ਨ ਹੁੰਦੀ ਹੈ 1/4। ਮੁੰਡੇ ਆ ਜਿਹੜੇ ਕੁੜੀਆਂ ਨਾਲੋਂ 1/4 ਜ਼ਿਆਦਾ ਨੇ। 1/4 ਜ਼ਿਆਦਾ ਮਤਲਬ 4 ਤੋਂ 1 ਜ਼ਿਆਦਾ, ਮਤਲਬ ਕੁੜੀਆਂ 4 ਤਾਂ ਮੁੰਡੇ 5। ਤਾਂ ਮੁੰਡੇ ਤੇ ਕੁੜੀਆਂ 5:4 ਚ, ਮੁੰਡੇ ਤੇ ਕੁੜੀਆਂ 5:4 ਚ, ਜਿਹਦਾ ਟੋਟਲ ਕੀ ਹੈ 9। 9 ਦੀ ਵੈਲਿਊ 360, 40 ਗੁਣਾ। ਤਾਂ ਮੁੰਡੇ 40 ਗੁਣਾ 200, ਕੁੜੀਆਂ 40 ਗੁਣਾ 160। ਤਾਂ ਆਪਾਂ ਮੁੰਡੇ ਤੇ ਕੁੜੀਆਂ ਜਿਹੜੇ ਇੱਥੇ ਹੈਗੇ ਆ ਟੋਟਲ 360 ਬੱਚੇ, ਉਹ ਚ ਮੁੰਡੇ 200 ਤੇ ਕੁੜੀਆਂ 160, ਉਹ ਆਪਾਂ ਰੇਸ਼ੀਓ ਦੇ ਵਿੱਚ ਤੋੜ ਲਿਆ 360 ਨੂੰ। ਇੰਨਾ ਕਲੀਅਰ ਹੋ ਗਿਆ। ਤਾਂ ਆਪਾਂ ਆਹ ਦੇਖੋ ਜੀ, ਆਹ ਆਊਟਡੋਰ ਦਾ ਸਰਕਲ ਹੈ ਸਾਰਾ,
ਉਹ ਪਰਲਾ ਇੰਡੋਰ ਦਾ ਸਰਕਲ ਹੈ ਤੇ ਜਿਹੜਾ ਕਾਮਨ ਪੋਰਸ਼ਨ ਹੈ, ਕਾਮਨ ਪੋਰਸ਼ਨ ਆ ਗਿਆ ਇੰਡੋਰ ਐਜ਼ ਵੈਲ ਐਜ਼ ਆਊਟਡੋਰ। ਆ ਯੈਲੋ ਕਲਰ ਕੀ ਆ ਗਿਆ ਬੱਚੇ, ਇੰਡੋਰ ਐਜ਼ ਵੈਲ ਐਜ਼ ਆਊਟਡੋਰ। ਤੇ ਆ ਜਿਹੜਾ ਹਰਾ ਪੋਰਸ਼ਨ ਹੈ, ਆ ਜਿਹੜਾ ਹਰਾ ਪੋਰਸ਼ਨ ਆ ਗਿਆ ਤੁਹਾਡਾ, ਇਹ ਹਰਾ ਪੋਰਸ਼ਨ ਕੀ ਆ ਗਿਆ, ਇਹ ਆ ਗਿਆ ਬਾਈ ਤੁਹਾਡਾ ਓਨਲੀ ਆਊਟਡੋਰ। ਤਾਂ ਇਹ ਆ ਗਿਆ ਓਨਲੀ ਆਊਟਡੋਰ। ਪਰ ਹੁਣ ਤੱਕ ਆਪਾਂ ਜਿਹੜੀ ਗੱਲ ਕਰ ਰਹੇ ਆ, ਆਪਾਂ ਤਾਂ ਸਾਰੀ ਗੱਲ, ਤੇ ਜਿਹੜਾ ਚਿੱਟਾ ਰਹਿ ਗਿਆ ਉਹ ਓਨਲੀ ਇੰਡੋਰ। ਓਨਲੀ ਇੰਡੋਰ ਮਤਲਬ ਆਊਟਡੋਰ ਤੋਂ ਬਾਹਰ, ਤੇ ਓਨਲੀ ਆਊਟਡੋਰ ਹਰਾ ਜਾਂ ਕਿਹੜਾ, ਇੰਡੋਰ ਤੋਂ ਬਾਹਰ, ਬਾਕੀ ਦਾ ਆਊਟਡੋਰ ਰਹਿ ਗਿਆ। ਤੇ ਯੈਲੋ ਕੀ ਹੈ, ਦੋਨਾਂ ਦਾ ਕਾਮਨ, ਬੋਥ ਇੰਡੋਰ ਐਂਡ ਆਊਟਡੋਰ। ਤਾਂ ਇਹ ਤਾਂ ਕਲੀਅਰ ਹੈ। ਪਰ ਇਹ ਹਰਾ ਜਿਹੜਾ ਪੋਰਸ਼ਨ ਹੈ ਜਾਂ ਪੀਲਾ ਪੋਰਸ਼ਨ ਹੈ ਜਾਂ ਚਿੱਟਾ ਪੋਰਸ਼ਨ ਹੈ, ਇਹ ਕੀ ਹੈ, ਇੱਥੇ ਤਾਂ ਸਟੂਡੈਂਟ ਬੈਠੇ ਹੈ ਨਾ, ਪਰ ਇਨਫੋਰਮੇਸ਼ਨ ਸਾਡੇ ਕੋਲ ਕੀ ਹੈ, ਮੁੰਡਿਆਂ ਦੀ ਅਲੱਗ ਹੈ, ਕੁੜੀਆਂ ਦੀ ਅਲੱਗ ਹੈ। ਸੋ ਇਸ ਕਰਕੇ ਆਪਾਂ ਮੁੰਡਿਆਂ ਦਾ ਵੀ ਡਾਟਾ ਇਹਦੇ ਵਿੱਚ ਲਿਖਣਾ ਹੈ। ਹਰੇ ਦੇ ਵਿੱਚ ਮੁੰਡੇ ਵੀ ਲਿਖਣੇ, ਕੁੜੀਆਂ ਵੀ ਲਿਖਣੀਆਂ, ਪੀਲੇ 'ਚ ਮੁੰਡੇ ਵੀ ਲਿਖਣੇ, ਕੁੜੀਆਂ ਵੀ ਲਿਖਣੀਆਂ, ਚਿੱਟੇ 'ਚ ਮੁੰਡੇ ਕੁੜੀਆਂ ਦੋਨੇ ਲਿਖਣੇ ਆ। ਤਾਂ ਮੁੰਡੇ ਵੀ ਲਿਖਣੇ, ਕੁੜੀਆਂ ਵੀ ਲਿਖਣੇ, ਇਸ ਕਰਕੇ ਲਿਖਣ ਦਾ ਪਊਗਾ ਗਾ। ਤਾਂ ਉਹ ਤੋਂ ਬਚਣ ਦੇ ਲਈ ਆਪਾਂ ਥੋੜਾ ਜਿਹਾ ਇਹਨੂੰ ਹੱਲ ਕਰਾਂਗੇ ਕਿ ਲਿਖਣ ਦਾ ਤਰੀਕਾ ਰੱਖਾਂਗੇ। ਆਪਾਂ ਇਹਨਾਂ ਸਰਕਲਾਂ ਨੂੰ ਵੰਡ ਲੈਨੇ ਆ ਦੋ ਹਿੱਸਿਆਂ 'ਚ। ਸਾਰੀ ਦੀ ਸਾਰੀ ਡਾਇਗਰਾਮ ਆਪਾਂ ਦੋ ਹਿੱਸਿਆਂ 'ਚ ਵੰਡ ਲਈ। ਕਿਉਂ ਵੰਡ ਲਈ? ਉੱਪਰ ਆਪਾਂ ਮੁੰਡੇ ਲਿਖਦੇ ਜਾਵਾਂਗੇ, ਹੇਠਾਂ ਆਪਾਂ ਕੁੜੀਆਂ ਲਿਖਦੇ ਜਾਵਾਂਗੇ। ਤਾਂ ਓਨਲੀ ਆਊਟਡੋਰ ਵਾਲੇ ਮੁੰਡੇ ਕਿੰਨੇ ਆ? ਓਨਲੀ ਆਊਟਡੋਰ ਵਾਲੇ ਮੁੰਡੇ ਆ ਨੇ। ਹੁਣ ਮੈਂ ਮੁੰਡੇ ਇੱਥੇ ਲਿਖੂੰਗਾ। ਵੈਸੇ ਓਨਲੀ ਆਊਟਡੋਰ ਸਾਰਾ ਸੀਗਾ, ਪਰ ਹੁਣ ਮੈਂ ਮੁੰਡਿਆਂ ਦਾ ਪੋਰਸ਼ਨ ਉੱਪਰ ਰੱਖਤਾ ਸਾਰਿਆਂ 'ਚ, ਕੁੜੀਆਂ ਦੀ ਗਿਣਤੀ ਹੇਠਾਂ ਰੱਖਤੀ ਸਾਰਿਆਂ 'ਚ, ਤਾਂ ਕਿ ਗਿਣਤੀ ਲਿਖਣੀ ਸੌਖੀ ਹੋ ਜੇ। ਤਾਂ ਇਸ ਕਰਕੇ ਬੱਚੇ ਆਪਾਂ ਹੁਣ ਲਿਖਣ ਲੱਗੇ ਆਂਗੇ ਬॉयਜ਼ ਤੇ ਗਰਲਜ਼। ਬॉयਜ਼ ਕਿੰਨੇ ਆਏ ਸੀ? 200। ਗਰਲਜ਼ ਕਿੰਨੀਆਂ ਆਈਆਂ ਸੀ? 160। ਜੇ ਕਿਸੇ ਨੂੰ ਭੁਲੇਖਿਆ ਕਿ ਕਿਵੇਂ ਆਏ ਸੀ, ਉਹ ਆਪਾਂ ਰੇਸ਼ੋ ਨੂੰ ਤੋੜਿਆ ਸੀਗਾ। ਬॉयਜ਼ ਤੇ ਗਰਲਜ਼ ਆ ਗਏ। ਹੁਣ ਦੇਖੋ ਭਾਈ, ਕੱਲੀ ਕੱਲੀ ਚੀਜ਼ ਪੜਾਂਗੇ। ਨੰਬਰ ਆਫ ਸਟੂਡੈਂਟਸ ਪਲੇਇੰਗ ਓਨਲੀ ਇੰਡੋਰ। ਓਨਲੀ ਇੰਡੋਰ ਕੀ ਆ ਸਾਰਾ ਇੱਧਰ, is equal to the students playing only outdoor। ਕਹਿੰਦੇ only indoor ਹੈ ਜਿਹੜਾ, ਉਹ only outdoor ਦੇ ਬਰਾਬਰ ਹੈ। ਸਟੂਡੈਂਟਸ ਦੀ ਗੱਲ ਹੋ ਰਹੀ ਹੈ ਤਾਂ ਮੁੰਡੇ ਕੁੜੀਆਂ ਦੋਨੇ ਜੋੜ ਕੇ only indoor ਤੇ only outdoor ਬਰਾਬਰ ਹੈ। ਅੱਗੇ ਦਨ ਇੱਥੋਂ the number of girls playing only outdoor। only outdoor ਵਾਲੀਆਂ ਕੁੜੀਆਂ ਕਿਹੜੀਆਂ ਨੇ? only outdoor ਵਾਲੀਆਂ ਕੁੜੀਆਂ, ਕਲਰ ਚੇਂਜ ਕਰੀਏ ਆਪਾਂ, ਆਹ ਨੇ, ਸੌਰੀ ਤੇਰਾ ਭਲਾ ਹੋ ਜਾਏ। ਆ ਜੀ ਓਨਲੀ ਆਊਟਡੋਰ ਵਾਲੀਆਂ ਕੁੜੀਆਂ ਨੇ। ਐਗਜ਼ਾਮੀਨਰ ਇਹਦੀ ਗੱਲ ਕਰ ਰਿਹਾ। ਹੁਣ ਆਪਾਂ ਹਰੇ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਹਰੇ ਵਾਲਾ ਪਾਸਾ ਆਪਾਂ ਮੁੰਡਿਆਂ ਵੱਲ ਸੁੱਟਿਆ ਹੋਇਆਗਾ। ਪੀਲਾ ਓਨਲੀ ਆਊਟਡੋਰ ਦੀਆਂ ਕੁੜੀਆਂ, ਹਰਾ ਓਨਲੀ ਆਊਟਡੋਰ ਦੇ ਮੁੰਡੇ। ਤਾਂ ਐਗਜ਼ਾਮੀਨਰ ਕਹਿੰਦਾ ਨੰਬਰ ਆਫ ਗਰਲਸ ਪਲੇਇੰਗ ਓਨਲੀ ਆਊਟਡੋਰ ਗੇਮਸ ਇਜ਼ ਸੇਮ ਐਜ਼ ਦਾ ਗਰਲਸ ਪਲੇਇੰਗ ਬੋਥ ਦਾ ਗੇਮਸ ਟੁਗੇਦਰ। ਤਾਂ ਗਰਲਸ ਪਲੇਇੰਗ ਬੋਥ ਦਾ ਗੇਮਸ ਕਿਹੜਾ? ਆਹ। ਤਾਂ ਇਹ ਦੋਨੇ ਇਕੁਅਲ ਨੇ, ਇਹ ਦੋਨੇ ਇਕੁਅਲ ਨੇ। ਤਾਂ ਮੈਂ ਦੋਨਾਂ ਨੂੰ ਮੰਨ ਲਓ A ਤੇ A ਲਿਖਤਾ। ਇਕੁਅਲ ਨੇ ਪਰ ਕਿੰਨੇ ਆ ਇਹ ਥੋੜੀ ਪਤਾ ਹੈ। ਇਕੁਅਲ ਨੇ ਪਰ ਕਿੰਨੇ ਆ ਇਹ ਥੋੜੀ ਪਤਾ। ਐਗਜ਼ਾਮੀਨਰ ਕਹਿੰਦਾ ਓਨਲੀ ਆਊਟਡੋਰ ਦੀਆਂ ਕੁੜੀਆਂ, ਕੁੜੀਆਂ ਆਪਾਂ ਹੇਠਾਂ ਲਿਖਾਂਗੇ, ਮੁੰਡੇ ਆਪਾਂ ਉੱਪਰ ਲਿਖਾਂਗੇ। ਓਨਲੀ ਆਊਟਡੋਰ ਦੀਆਂ ਕੁੜੀਆਂ ਤੇ ਬੋਥ ਗੇਮਸ ਦੀਆਂ ਕੁੜੀਆਂ ਬਰਾਬਰ ਹੈ, ਤਾਂ ਦੋਨਾਂ ਨੂੰ A ਲਿਖਤਾ। ਅੱਗੇ ਕਹਿੰਦੇ ਨੰਬਰ ਆਫ ਬॉयਜ਼ ਪਲੇਇੰਗ ਬੋਥ ਗੇਮਸ। ਬॉयਜ਼ ਪਲੇਇੰਗ ਬੋਥ ਗੇਮਸ ਆ ਉੱਪਰਲਾ ਖਾਲੀ ਇਜ਼ 1/3 ਆਫ ਦਾ ਬॉयਜ਼ ਪਲੇਇੰਗ ਓਨਲੀ ਆਊਟਡੋਰ ਗੇਮਸ। ਕਹਿੰਦੇ ਬੋਥ ਗੇਮਸ ਦੇ ਜਿਹੜੇ ਬॉयਜ਼ ਨੇ, ਬੋਥ ਗੇਮਸ ਦੇ, ਆ ਆਪਾਂ ਰੰਗ ਬਦਲ ਕੇ ਲਿਖੇ, ਥੋੜਾ ਜਿਹਾ ਹਾਈਲਾਈਟ ਹੋ ਜਾਊਗਾ ਬਈ। ਇਹ ਤਾਂ ਆਪਾਂ A ਤੇ A ਲਿਖਤਾ। ਉਹ ਕਹਿੰਦੇ ਬੋਥ ਗੇਮਸ ਦੇ ਜਿਹੜੇ ਬॉयਜ਼ ਨੇ, ਆਹਾ ਉਹ ਕੀ ਹੈ? ਓਨਲੀ ਆਊਟਡੋਰ ਬॉयਜ਼ ਦਾ 1/3। ਜੇ ਓਨਲੀ ਆਊਟਡੋਰ ਦਾ 1/3 ਕਰਨਾ ਹੈ ਤਾਂ ਮਤਲਬ ਓਨਲੀ ਆਊਟਡੋਰ ਇਹਦਾ 3 ਗੁਣਾ ਹੋ ਗਿਆ, ਇਹਦਾ 3 ਗੁਣਾ ਹੋ ਗਿਆ। ਤਾਂ ਉਹਨੂੰ ਆਪਾਂ ਲਿਖ ਲਿਆ B ਦੀ ਨੇਚਰ 'ਚ। ਇਹ B, ਇਹ 3B ਆਪਣੇ ਆਪ ਬਣ ਗਿਆ ਨਾ। ਬੋਥ ਗੇਮਸ ਦੇ ਬॉयਜ਼ ਕੀ ਹੈ? ਓਨਲੀ ਆਊਟਡੋਰ ਦੇ ਬॉयਜ਼ ਦਾ 1/3। ਉਹ 1/3 ਸੀ ਤਾਂ ਇਹ 3 ਗੁਣਾ ਕਰਤਾ, ਉਹਨੂੰ B, ਇਹਨੂੰ 3B ਲਿਖਤਾ। ਅੱਗੇ ਕਹਿੰਦੇ ਨੰਬਰ ਆਫ ਬॉयਜ਼ ਪਲੇਇੰਗ ਓਨਲੀ ਇੰਡੋਰ। ਬॉयਜ਼ ਪਲੇਇੰਗ ਓਨਲੀ ਇੰਡੋਰ, ਇੰਡੋਰ ਵਾਲੇ ਪਾਸੇ ਉੱਪਰ is 160% of the girls playing only outdoor। girls playing only outdoor ਤਾਂ A ਲਿਖਿਆ ਹੋਇਆ। girls playing only outdoor, ਆਊਟਡੋਰ ਵਾਲੇ ਪਾਸੇ ਕੁੜੀਆਂ ਹੇਠਾਂ ਨੇ, ਮੁੰਡੇ ਓਨਲੀ ਇੰਡੋਰ ਦੇ ਕੀ ਹੈ? 160%। ਬੱਚੇ 160% ਨੂੰ ਫ੍ਰੈਕਸ਼ਨ 'ਚ ਆਪਾਂ ਕੀ ਲਿਖਦੇ ਹਾਂ? 160/100। ਤੇ ਡੈਸੀਮਲ 'ਚ ਕੀ ਬਣ ਗਿਆ? 1.6। ਤਾਂ ਮੁੰਡੇ ਕਿੰਨੇ ਆ ਗਏ? 1.6A।
ਇਹਦਾ 160% ਦਾ 1.6a। ਇੱਕ ਵੈਲਿਊ ਰਹਿ ਗਈ ਓਨਲੀ ਇਨਡੋਰ ਦੀਆਂ ਕੁੜੀਆਂ, ਉਹਦੇ ਬਾਰੇ ਕੋਈ ਡਾਟਾ ਨਹੀਂ ਦਿੱਤਾ ਤਾਂ ਉਹਨੂੰ ਆਪਾਂ C ਮੰਨ ਲੈਂਦੇ ਆ, ਉਹਨੂੰ ਆਪਾਂ C ਮੰਨ ਲਿਆ। ਤਾਂ ਇੱਕ ਗੱਲ ਜਿਹੜੀ ਐਗਜ਼ਾਮੀਨਰ ਨੇ ਸ਼ੁਰੂ ਚ ਦਿੱਤੀ ਸੀ, ਉਹ ਐਗਜ਼ਾਮੀਨਰ ਨੇ ਕਿਹਾ ਸੀਗਾ ਕਿ ਨੰਬਰ ਆਫ ਸਟੂਡੈਂਟਸ ਪਲੇਇੰਗ ਓਨਲੀ ਇਨਡੋਰ is equal to students playing only outdoor। ਉਹ ਕਹਿੰਦੇ only indoor ਤੇ only outdoor ਬਰਾਬਰ ਹੈ। only indoor ਕਿੰਨਾ ਆ ਗਿਆ ਤੁਹਾਡਾ 3b plus a, oh sorry only indoor ਉਧਰੋਂ ਦੇਖ ਲਓ 1.6a plus c, ਆਹ ਆ ਗਿਆ ਬੱਚੇ ਤੁਹਾਡਾ only indoor ਤੇ only outdoor ਕੀ ਹੈ 3b plus a। ਇਹ ਇਕੁਅਲ ਹੈ ਤਾਂ c ਦੀ ਵੈਲਿਊ ਕਿੰਨੀ ਆ ਗਈ ਬੱਚੇ, ਇੱਥੋਂ c ਦੀ ਵੈਲਿਊ ਆ ਗਈ 3b plus a, ਆ 1.6a ਉਧਰ ਮਾਈਨਸ ਹੋ ਜੂ ਤਾਂ 3b minus 0.6a। ਪੂਰੇ a ਚੋਂ 1.6a ਮਾਈਨਸ ਕੀਤਾ ਤਾਂ 0.6a ਰਹਿ ਗਿਆ ਨਾ। ਤਾਂ ਬੱਚੇ ਜਿਹੜੀ ਤੁਹਾਡੀ c ਦੀ ਵੈਲਿਊ ਆ ਗਈ, ਹਲੇ ਤੱਕ ਆਪਣੀ ਕੋਈ ਵੈਲਿਊ ਅਸਲ 'ਚ ਨਹੀਂ ਨਿਕਲੀ, ABCD ਫਾਰਮ 'ਚ ਲਿਖਿਆ ਹੋਇਆ c ਦੀ ਜਿਹੜੀ ਵੈਲਿਊ ਆ ਗਈ ਉਹਨੂੰ ਆਪਾਂ ਇੱਥੇ ਲਿਖ ਦਿੰਦੇ ਹਾਂ c ਦੀ ਜਗ੍ਹਾ। ਤਾਂ c ਦੀ ਜਗ੍ਹਾ ਕੀ ਲਿਖਿਆ ਜਾਊਗਾ 3b minus 0.6a। ਇਹ ਪਤਾ ਲੱਗ ਗਿਆ। ਤਾਂ ਇਹ ਜਦੋਂ ਆਪਾਂ c ਦੀ ਜਗ੍ਹਾ ab ਦੀ ਫਾਰਮ 'ਚ ਲਿਖਤਾ ਤਾਂ ਇਹਨੂੰ ਮਿਟਾ ਦਿਓ, ਇਹਦੀ ਹੁਣ ਕੋਈ ਲੋੜ ਨਹੀਂ ਹੈਗੀ ਕਿਉਂਕਿ ਆਪਾਂ c ਤੋਂ ਖਹਿੜਾ ਛਡਾਉਣਾ ਸੀਗਾ, ਉਹ ਆਪਾਂ ਉਹਨੂੰ a ਤੇ b ਦੀ ਫਾਰਮ 'ਚ ਲਿਖਤਾ। ਹੁਣ ਐਗਜ਼ਾਮੀਨਰ ਕਹਿੰਦਾ ਮੁੰਡਿਆਂ ਦੀ ਗਿਣਤੀ 200 ਹੈ ਤਾਂ ਮੁੰਡੇ ਕੀ ਹੈ 3b plus b plus 1.6a। ਤਾਂ ਮੁੰਡੇ ਬੇਸਿਕਲੀ ਕਿੰਨੇ ਬਣੇ 1.6a ਤੇ 4b, ਇਹਦੀ ਵੈਲਿਊ 200 ਹੈ ਤੇ ਕੁੜੀਆਂ ਦੀ ਵੈਲਿਊ ਕਹਿੰਦੇ 160 ਹੈ। ਕੁੜੀਆਂ ਨੇ a plus 3b minus 0.6a ਤਾਂ 2a minus 0.6a ਕਿੰਨਾ ਬਣ ਗਿਆ 1.4a plus 3b, ਇਹ 160 ਹੈ। ਤਾਂ ਬੱਚੇ ਬੇਸਿਕਲੀ ਤੁਸੀਂ ਪਟਵਾਰੀ ਦੇ ਪੇਪਰ 'ਚ ਵੀ ਦੇਖਿਆ, ਐਕਸਾਈਜ਼ ਦੇ ਪੇਪਰ 'ਚ ਵੀ ਦੇਖਿਆ, ਤੁਹਾਨੂੰ ਲੀਨੀਅਰ ਇਕੁਏਸ਼ਨ ਦੇ ਉੱਤੇ ਕੁਐਸਚਨ ਬਣਾ ਕੇ ਦਿੱਤੇ ਸੀ ਨਾ ਐਗਜ਼ਾਮੀਨਰ ਨੇ ਕਿ NaX plus NaY ਇਹਦੇ ਬਰਾਬਰ ਹੈ, NaX plus NaY ਇਹਦੇ ਬਰਾਬਰ ਹੈ, x ਦੀ ਵੈਲਿਊ ਕੱਢੋ y ਦੀ ਵੈਲਿਊ ਕੱਢੋ। ਤਾਂ ਤੁਸੀਂ ਕਿਸੇ x ਜਾਂ y ਚੋਂ ਕਿਸੇ ਇੱਕ ਦੇ ਕੋਐਫੀਸ਼ੀਐਂਟ ਨੂੰ ਬਰਾਬਰ ਕਰਕੇ ਮਾਈਨਸ ਕਰਦੇ ਹੁੰਦੇ ਸੀ, ਤਾਂ ਉਹੀ ਬਿਲਕੁਲ ਚੀਜ਼ ਇੱਥੇ ਹੋਊਗੀ, ਕਿਸੇ ਇੱਕ ਦੇ ਕੋਐਫੀਸ਼ੀਐਂਟਸ ਨੂੰ ਬਰਾਬਰ ਕਰਕੇ ਮਾਈਨਸ ਕਰਾਂਗੇ ਤੇ ਫਿਰ ਸਾਡੇ ਕੋਲ a ਤੇ b ਦੀਆਂ ਵੈਲਿਊਜ਼ ਆ ਜਾਣਗੀਆਂ। ਤਾਂ ਬੱਚੇ ਕੋਐਫੀਸ਼ੀਐਂਟ ਕਿਹਦੇ ਬਰਾਬਰ ਕਰੀਏ, b ਦੇ ਕੋਐਫੀਸ਼ੀਐਂਟ ਇੱਥੇ 4 ਹੈ ਉੱਥੇ 3 ਹੈ, ਕਿਉਂਕਿ a ਦੇ ਕੋਐਫੀਸ਼ੀਐਂਟ ਤਾਂ ਡੈਸੀਮਲ 'ਚ ਨੇ ਨਾ, ਉਹ ਤੋਂ ਬਚਾਂਗੇ। ਤਾਂ b ਦਾ ਕੋਐਫੀਸ਼ੀਐਂਟ ਇੱਥੇ 4b ਹੈ ਉੱਥੇ 3b ਹੈ, ਤਾਂ ਇਹਨਾਂ ਨੂੰ ਬਰਾਬਰ ਕਰੀਏ, ਇਹਨਾਂ ਨੂੰ ਬਰਾਬਰ ਕਰਾਂਗੇ 4 ਤੇ 3 ਦਾ ਐਲਸੀਐਮ ਬਣਾ ਕੇ, ਇਹ ਬਣੂਗਾ 3 ਗੁਣਾ ਕਰਕੇ, ਇਹ ਬਣੂਗਾ 4 ਗੁਣਾ ਕਰਕੇ ਤੇ ਫਿਰ ਆਪਾਂ ਮਾਈਨਸ ਕਰ ਦਾਂਗੇ 1.6a। ਚਲੋ ਇਹਨੂੰ ਛੱਡੋ 4b into 3 12b, 3b into 4 12b, ਤਾਂ 12b ਮਾਈਨਸ ਹੋ ਗਿਆ। ਹੁਣ a ਮਾਈਨਸ ਕਰੋ 1.6 ਦਾ 3 ਗੁਣਾ 4.8a, ਇਹਦਾ ਤਾਂ ਆ ਗਿਆ 4.8a ਤੇ 200 ਦਾ 3 ਗੁਣਾ ਆ ਗਿਆ 600, b ਵਾਲਾ ਕੱਟਿਆ ਜਾਣਾ 1.4 ਦਾ ਹੋਣਾ 4 ਗੁਣਾ 5.6a ਤੇ 160 ਦਾ ਵੀ ਹੋਣਾ 4 ਗੁਣਾ 640। ਤਾਂ ਕਿੱਧਰੋਂ ਕੀ ਮਾਈਨਸ ਕਰਾਂਗੇ, ਉਧਰੋਂ ਆ ਮਾਈਨਸ ਕਰਾਂਗੇ ਤਾਂ 0.8a ਆ ਗਿਆ ਤੁਹਾਡਾ 40 ਦੇ ਬਰਾਬਰ। ਤਾਂ ਇੱਥੋਂ a ਦੀ ਵੈਲਿਊ ਆ ਗਈ 0.8 ਉਧਰ ਡਿਵਾਈਡ ਹੋਊਗਾ, a ਦੀ ਵੈਲਿਊ ਆ ਗਈ ਬੱਚੇ ਤੁਹਾਡੀ 50। a ਦੀ ਵੈਲਿਊ ਜਦੋਂ 50 ਆ ਗਈ ਉਸ ਤੋਂ ਬਾਅਦ b ਦੀ ਵੈਲਿਊ ਜਿਵੇਂ ਮਰਜ਼ੀ ਕੱਢ ਲਓ, a ਦੀ ਵੈਲਿਊ 50 ਜਿੱਥੇ ਮਰਜ਼ੀ ਭਰ ਦਿਓ ਜੀ, a ਦੀ ਵੈਲਿਊ 50 ਤੁਸੀਂ ਇੱਥੇ ਭਰ ਦਿਓ। 1.6 ਦਾ 50 ਗੁਣਾ 80, 80 plus 4b is equal to 200, 80 plus 4b 200 ਤਾਂ 80 ਉਧਰ ਮਾਈਨਸ ਹੋ ਗਿਆ 120, 4b ਦੀ ਵੈਲਿਊ 120 ਹੈ ਤਾਂ b ਆ ਗਿਆ ਤੁਹਾਡਾ 30, ਇੱਥੋਂ b ਵੀ ਨਿਕਲਿਆ ਆਇਆ 30। ਹੁਣ ਜਦੋਂ a ਤੇ b ਦੀਆਂ ਵੈਲਿਊਜ਼ ਆ ਗਈਆਂ ਉੱਪਰ ਸਾਰੀਆਂ ਵੈਲਿਊਜ਼ ਨਿਕਲ ਆਈਆਂ ਬੱਚੇ, ਇਹਦੀ ਵੈਲਿਊ 3b ਹੈ, 3b ਮਤਲਬ 3 ਦਾ 30 ਗੁਣਾ 90, ਇਹਦੀ ਵੈਲਿਊ ਕੱਲੀ b ਹੈ, ਕੱਲੀ b ਦਾ ਮਤਲਬ 30, ਇਹਦੀ ਵੈਲਿਊ a, ਇਹਦੀ ਵੀ ਵੈਲਿਊ a ਦਾ ਮਤਲਬ ਆ ਵੀ ਭਾਈ ਸਾਹਿਬ 50 ਨੇ, ਆ ਵੀ ਭਾਈ ਸਾਹਿਬ 50 ਨੇ, ਉਹਦੀ ਵੈਲਿਊ 1.6a, 1.6a ਮਤਲਬ 50 ਗੁਣਾ 80, ਇਹਦੀ ਵੈਲਿਊ ਜਾਂ ਤਾਂ ਇੱਥੇ 3b minus 0.6a ਚ b ਤੇ a ਭਰ ਦੋ, ਨਹੀਂ ਤਾਂ ਦੇਖੋ ਕਿੰਨੇ ਰਹਿ ਗਏ, ਕੁੜੀਆਂ 160 ਨੇ, ਕੁੜੀਆਂ 160 ਨੇ ਜਿਹਦੇ ਵਿੱਚੋਂ 50 ਤੇ 50 100 ਹੋ ਗਈਆਂ ਤਾਂ ਬਾਕੀ 60 ਰਹਿ ਗਈਆਂ। ਤਾਂ ਕੁਝ ਵੀ ਵੈਲਿਊ ਭਰਨ ਦੀ ਲੋੜ ਨਹੀਂ, ਬਾਕੀ 60 ਰਹਿ ਗਈਆਂ, ਸਾਰੀਆਂ ਵੈਲਿਊਜ਼ ਨਿਕਲ ਆਈਆਂ। ਤਾਂ ਇਹ ਕੁਐਸਚਨ ਸੀਗਾ ਜਿਹੜਾ ਥੋੜਾ ਜਿਹਾ ਤੰਗ ਕਰਨ ਵਾਲਾ। ਕੁਝ ਬੱਚੇ ਹੱਸਦੇ ਹੋਣਗੇ ਵੀ ਸਰ ਇਹ ਥੋੜਾ ਜਿਹਾ ਤੰਗ ਕਰਨ ਵਾਲਾ ਤਾਂ ਹੈ ਨਹੀਂ, ਥੋੜੇ ਤੋਂ ਵੱਧ ਹੀ ਤੰਗ ਕਰਦਾ ਹੈਗਾ। ਡੈਫੀਨੇਟਲੀ ਜਿਨ੍ਹਾਂ ਨੇ ਇਸ ਚੀਜ਼ ਦੀ ਘੱਟ ਪ੍ਰੈਕਟਿਸ ਕੀਤੀ ਹੈ ਉਹਨਾਂ ਦੇ ਲਈ ਇਹ ਥੋੜੇ ਤੋਂ ਜ਼ਿਆਦਾ ਹੀ ਤੰਗ ਕਰਨ ਵਾਲਾ ਹੈ। ਜਿਨ੍ਹਾਂ ਨੇ DI ਦੇ ਵਿੱਚ
ਖਾਸ ਕਰਕੇ ਕੇਸ ਸਟੱਡੀਜ਼ ਵੈਨ ਡਾਇਗਰਾਮ ਦੇ ਵਿੱਚ ਵਧੀਆ ਮੱਥਾ ਮਾਰਿਆ, ਉਹਨਾਂ ਲਈ ਥੋੜਾ ਬਹੁਤ ਤੰਗ ਕਰਨ ਵਾਲਾ ਹੈਗਾ ਤਾਂ ਕੋਈ ਸ਼ਾਇਦ ਹੀ ਵਿਦਿਆਰਥੀ ਹੋਊਗਾ ਜਿਹੜਾ ਕਹੂਗਾ ਸਰ ਕਿੱਡੀ ਕੀ ਗੱਲ ਕਰ ਲਾਂਗੇ। ਤਾਂ ਭਾਈ ਇਸ ਕੁਐਸਚਨ 'ਚ ਮੈਂ ਵੀ ਨਹੀਂ ਕਹਿੰਦਾ ਕਿ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ, ਬਹੁਤ ਕੁਝ ਕੱਢਣ ਪਾਉਣ ਨੂੰ ਹੈ, ਬਹੁਤ ਵੈਲਿਊਜ਼ ਤੁਸੀਂ ਐਕਸਟ੍ਰੈਕਟ ਕਰਨੀਆਂ ਨੇ, ਕੈਲਕੂਲੇਸ਼ਨਾਂ ਕਰਨੀਆਂ ਨੇ, ਸਮਝਣਾ ਇਸ ਕੁਐਸਚਨ ਨੂੰ ਸੋਲਵ ਕਰਨ ਲੱਗਿਆ। ਪਰ ਮੈਂ ਇਹ ਕਹਿਣਾ ਨਾਇਬ ਤਹਿਸੀਲਦਾਰ ਜਾਂ ਪੂਰੇ ਦਾ ਪੂਰਾ PPSC ਇਹ ਤੋਂ ਗਾਹ ਨਹੀਂ ਜਾ ਸਕਦਾ। ਜਦੋਂ ਸਾਰੀਆਂ ਵੈਲਿਊਜ਼ ਨਿਕਲ ਆਈਆਂ ਗੱਲ ਉੱਥੇ ਹੀ ਆ ਗਈ। ਅਗਲੇ 30 ਸਕਿੰਟਾਂ 'ਚ 5 ਦੇ 5 ਕੁਐਸਚਨ ਹੱਲ। ਆ ਸਾਰੀਆਂ ਵੈਲਿਊਜ਼ ਬੱਚੇ ਮੈਂ ਲਿਖ ਲਿਆ ਆ 90 30 80 50 50 60 ਹੈ ਨਾ, 90 30 80 50 50 60 ਉੱਪਰ ਮੁੰਡੇ ਥੱਲੇ ਕੁੜੀਆਂ। ਫਾਈਂਡ ਦਾ ਟੋਟਲ ਨੰਬਰ ਆਫ ਸਟੂਡੈਂਟਸ ਪਲੇਇੰਗ ਓਨਲੀ ਵਨ ਗੇਮ। ਸਟੂਡੈਂਟਸ ਦਾ ਮਤਲਬ ਬॉयਜ਼ ਤੇ ਗਰਲਸ ਦੋਨੇ। ਕਿਹੜੇ ਪਲੇਇੰਗ ਓਨਲੀ ਵਨ ਗੇਮ? ਉਹ ਵਨ ਗੇਮ ਇਨਡੋਰ ਵੀ ਹੋ ਸਕਦੀ ਹੈ, ਆਊਟਡੋਰ ਵੀ ਹੋ ਸਕਦੀ ਹੈ, ਬੋਥ ਵਾਲੇ ਨਹੀਂ ਚਾਹੀਦੇ ਬਸ। ਤਾਂ ਬੇਸਿਕਲੀ ਬੋਥ ਵਾਲੇ ਨਹੀਂ ਚਾਹੀਦੇ ਇੱਥੇ। ਤਾਂ 90 + 50 ਓਨਲੀ ਵਨ ਵਾਲੇ ਮੁੰਡੇ ਆ ਗਏ, ਉਧਰ 80 + 60 ਕੁੜੀਆਂ ਆ ਗਈਆਂ। ਤਾਂ 9 5 14 8 6 14 280 ਬੱਚੇ। ਤਾਂ 280 ਬੱਚੇ ਨੇ ਜਿਹੜੇ ਓਨਲੀ ਵਨ ਗੇਮ ਖੇਡਦੇ ਆ। ਸਮਝ ਆ ਗਿਆ ਜੀ। ਅਗਲਾ ਕੁਐਸਚਨ ਦਾ ਡਿਫਰੈਂਸ ਆਫ, ਆਪਾਂ ਡਿਫਰੈਂਸ ਕਾਹਦਾ ਫਾਈਂਡ ਕਰਨਾ ਹੈ? ਬॉयਜ਼ ਐਂਡ ਗਰਲਸ ਪਲੇਇੰਗ ਓਨਲੀ ਇਨਡੋਰ। Only indoor the boys and girls is what percent of the difference of boys and girls playing both the games together। ਤਾਂ ਐਗਜ਼ਾਮੀਨਰ ਕਹਿ ਰਿਹਾ ਹੈ ਕਿ ਜਿਹੜਾ only indoor ਦੇ boys ਤੇ girls ਦਾ difference ਹੈ is what percent of both games ਦੇ boys ਤੇ girls ਦਾ difference। only indoor ਦੇ boys girls ਚ ਕਿੰਨਾ difference ਹੈ? only indoor ਦੇ boys girls ਚ difference ਹੈ 20 ਦਾ, ਤੇ ਬੋਥ ਗੇਮਸ ਦੇ ਬॉयਜ਼ ਗਰਲਸ ਦਾ ਡਿਫਰੈਂਸ ਕਿੰਨਾ ਹੈ ਭਾਈ? ਉਹ ਵੀ 20 ਹੈ। ਤਾਂ ਦੋਨੇ ਪਾਸੇ ਡਿਫਰੈਂਸ 20 20 ਹੈ। ਤਾਂ 20 ਇਜ਼ ਵਟ ਪਰਸੈਂਟ ਆਫ 20। ਪਰਸੈਂਟੇਜ ਕੱਢਣ ਲਈ ਗੁਣਾ 100 ਕਰਦੇ ਹੁੰਦੇ ਆ, ਆਨਸਰ ਆ ਜਾਊਗਾ 100%। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ C ਆਪਸ਼ਨ ਆ ਗਿਆ 100%। ਸਮਝ ਆ ਗਿਆ ਜੀ ਸਾਰਿਆਂ ਨੂੰ? ਤਾਂ 20 ਨਾਲ 20 ਕੱਟਿਆ, ਸਾਰੇ ਦਾ ਸਾਰਾ 100% ਆ ਜਾਊਗਾ। ਇਹ ਤੁਹਾਡਾ ਅਗਲਾ ਕੁਐਸਚਨ ਸੀ 5 ਸਕਿੰਟ ਵਾਲੇ ਕੁਐਸਚਨ ਨੇ। ਐਗਜ਼ਾਮੀਨਰ ਕਹਿੰਦਾ ਇਫ 40 ਸਟੂਡੈਂਟਸ, ਜੇ 40 ਨਵੇਂ ਸਟੂਡੈਂਟਸ ਗੋਟ ਐਡਮਿਸ਼ਨ ਇਨ ਦਾ ਸਕੂਲ ਐਂਡ ਦੇ ਆਲ ਪਲੇ ਆਊਟਡੋਰ ਗੇਮਸ ਓਨਲੀ। ਉਹ ਕਹਿੰਦੇ ਜੇ ਸਕੂਲ 'ਚ 40 ਬੱਚੇ ਹੋਰ ਆ ਜਾਣ ਤੇ 40 ਦੇ 40 ਓਨਲੀ ਆਊਟਡੋਰ ਗੇਮਸ ਓਨਲੀ, ਦੈਨ ਦਾ ਨੰਬਰ ਆਫ ਸਟੂਡੈਂਟਸ ਪਲੇਇੰਗ ਓਨਲੀ ਇਨਡੋਰ is what percent of total students in the school। ਤਾਂ ਬੱਚੇ ਜੇ 40 ਨਵੇਂ ਬੱਚੇ ਆਏ ਤੇ 40 ਦੇ 40 ਓਨਲੀ ਆਊਟਡੋਰ 'ਚ ਡਿੱਗੇ ਤਾਂ ਓਨਲੀ ਇਨਡੋਰ ਵਾਲੇ ਸਟੂਡੈਂਟਸ ਤਾਂ ਸੇਮ ਹੀ ਰਹਿਣਗੇ 140। 80 + 60 ਐਗਜ਼ਾਮੀਨਰ ਕਹਿੰਦਾ ਉਹ ਫਿਰ ਪੂਰੇ ਸਕੂਲ ਦਾ ਕਿੰਨੇ ਪਰਸੈਂਟ ਬਣ ਜਾਣਗੇ? 80 + 60 140 ਬੱਚੇ ਆ ਜਿਹੜੇ ਪੂਰੇ ਸਕੂਲ 'ਚ ਹੋ ਗਏ। ਹੁਣ 360 'ਚ 40 ਹੋਰ ਜੋੜ ਦੋ ਬਾਈ। ਪਹਿਲਾਂ 360 ਬੱਚੇ ਸੀ ਸਕੂਲ 'ਚ, ਹੁਣ 40 ਹੋਰ ਜੋੜ ਕੇ 400 ਬੱਚਾ ਹੋ ਗਿਆ। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਾਂਗੇ, ਆਨਸਰ ਆ ਜਾਊਗਾ ਤੁਹਾਡਾ 35%। ਕੈਲਕੂਲੇਸ਼ਨ ਕਿਵੇਂ ਕਰਨੀ ਹੈ? 00 ਨਾਲ 00 ਕੱਟੀ, 4 ਨੇ 140 ਨੂੰ ਕੱਟ ਦੇਣਾ 35 ਗੁਣਾ। ਤਾਂ ਆਨਸਰ ਆ ਗਿਆ ਬੱਚੇ ਤੁਹਾਡਾ C ਆਪਸ਼ਨ ਇਸ ਕੁਐਸਚਨ ਦਾ 35%। ਸਮਝ ਆ ਗਿਆ ਜੀ ਸਾਰਿਆਂ ਨੂੰ? ਤਾਂ ਇਹ ਸਾਡੀ DIC। 1-2 ਕੁਐਸਚਨ ਰਹਿੰਦੇ ਆ, ਨਿਬੇੜਦੇ ਆ ਫਿਰ ਸੈਸ਼ਨ ਨੂੰ। ਫਾਈਂਡ ਦਾ ਰੇਸ਼ੀਓ ਆਫ, ਬਾਈ ਬਣ ਕੇ ਸੈਸ਼ਨ ਖਤਮ ਹੋਣ ਵਾਲਾ, ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਰੇਸ਼ੀਓ ਕਾਹਦੀ ਫਾਈਂਡ ਕਰਨੀ ਹੈਗੀ? ਬॉयਜ਼ ਪਲੇਇੰਗ ਓਨਲੀ ਵਨ ਗੇਮ। ਓਨਲੀ ਵਨ ਗੇਮ ਦਾ ਮਤਲਬ ਓਨਲੀ ਇਨਡੋਰ ਓਨਲੀ ਆਊਟਡੋਰ। ਤਾਂ ਆਪਾਂ ਬੋਥ ਨਹੀਂ ਲੈਣੇ, 90 ਤੇ 80 ਦੀ ਗੱਲ ਹੋ ਰਹੀ ਹੈ। ਤਾਂ ਰੇਸ਼ੀਓ ਫਾਈਂਡ ਕਰਨੀ ਹੈ ਬॉयਜ਼ ਪਲੇਇੰਗ ਓਨਲੀ ਵਨ ਗੇਮ ਟੂ ਦਾ ਨੰਬਰ ਆਫ ਗਰਲਸ ਇਨ ਦਾ ਸਕੂਲ। ਗਰਲਸ ਸਾਰੀਆਂ ਸਕੂਲ ਦੇ ਵਿੱਚ। ਤਾਂ ਬॉयਜ਼ ਪਲੇਇੰਗ ਓਨਲੀ ਵਨ ਗੇਮ ਤਾਂ ਹੋ ਗਏ 170 ਤੇ ਪੂਰੇ ਸਕੂਲ 'ਚ ਕੁੜੀਆਂ ਕਿੰਨੀਆਂ ਨੇ ਗਈਆਂ? 160। ਤਾਂ ਕੁੜੀਆਂ ਨਹੀਂ ਦੇਖਣੀਆਂ ਕਿਹੜੀ ਗੇਮ ਦੇ ਲੈਣੇ ਕਿਹੜੀ ਗੇਮ ਦੇ ਨਹੀਂ। ਟੋਟਲ ਨੰਬਰ ਆਫ ਗਰਲਸ ਇਨ ਦਾ ਸਕੂਲ। ਤਾਂ ਰੇਸ਼ੀਓ ਕਿੰਨੀ ਆ ਗਈ ਤੁਹਾਡੀ? 17:16। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਆ ਗਿਆ 17:16। 17:16 ਹੋ ਗਿਆ ਤੁਹਾਡਾ ਫਸਟ ਆਪਸ਼ਨ ਆਨਸਰ। ਤਾਂ ਇਹ ਕੁਐਸਚਨ ਸੀ ਮੇਰੇ ਖਿਆਲ 'ਚ ਆਖਰੀ ਕੁਐਸਚਨ ਇੱਕ ਰਹਿ ਗਿਆ। ਹਾਂਜੀ, ਪਰਸੈਂਟੇਜ ਦੇ ਵਿੱਚ ਆਨਸਰ ਕਰਨਾ ਹੈ। ਨੰਬਰ ਆਫ ਬॉयਜ਼ ਪਲੇਇੰਗ ਇਨਡੋਰ ਗੇਮਸ, ਧਿਆਨ ਦਿਓ ਇੱਥੇ ਓਨਲੀ ਨਹੀਂ ਲਿਖਿਆ। ਨੰਬਰ ਆਫ ਬॉयਜ਼ ਪਲੇਇੰਗ ਇਨਡੋਰ ਗੇਮਸ, ਇਨਡੋਰ ਵਾਲੇ ਬॉयਜ਼ ਕਿੰਨੇ ਆ? ਸਾਰੇ। ਓਨਲੀ ਲਿਖਿਆ ਹੁੰਦਾ ਤਾਂ 80, ਓਨਲੀ ਨਹੀਂ ਲਿਖਿਆ ਤਾਂ 110। is what percent more than girls playing outdoor games। girls playing outdoor ਦੇ ਨਾਲ ਵੀ ਓਨਲੀ ਨਹੀਂ ਲਿਖਿਆ ਤਾਂ girls playing outdoor ਕੀ ਹੈ? 100। ਤਾਂ 110 is what percent more than 100। ਤਾਂ 110 is what percent more than 100, 10 ਜ਼ਿਆਦਾ 100 ਤੋਂ। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਾਂਗੇ, ਆਨਸਰ ਆ ਜਾਊਗਾ 10%। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਸੈਕਿੰਡ ਆਪਸ਼ਨ ਆ ਗਿਆ 10%। 100 ਨਾਲ 100 ਕੱਟਿਆ, ਕੱਲਾ 10 ਬਚਿਆ ਸੀਗਾ। ਤਾਂ ਇਹ ਸੀ ਤੁਹਾਡੀ ਉਸ ਲੈਵਲ ਦੀ DI ਜਿੱਥੇ ਤੱਕ PPSC ਚਾਹ ਕੇ ਵੀ ਨਹੀਂ ਪਹੁੰਚ ਸਕਦਾ। PPSC
ਆਲਦੋ ਡੀਆਈ ਬਹੁਤ ਚੰਗੇ ਲੈਵਲ ਦੀ ਪੁੱਛਦਾ ਹੈਗਾ। ਚਾਹੇ ਤੁਸੀਂ ਨੈਬ ਤਹਿਸੀਲਦਾਰ ਦਾ ਪੇਪਰ ਦੇਖੋ, ਨੈਬ ਦੇ ਪੇਪਰ 'ਚ ਮੈਥ ਦੇ ਸਾਰੇ 25 26 ਸਵਾਲ ਚੰਗੇ ਲੈਵਲ ਦੇ ਸੀਗੇ। 19 ਸਾਡੇ ਮੈਥ ਦੇ ਨੰਬਰ ਸਿਸਟਮ ਦੇ ਸੀ, 7 ਕੁਐਸਚਨ ਸਾਡੇ ਡੀਆਈ ਦੇ ਸੀ। ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਜਿਹਦੇ ਵਿੱਚ ਮੈਥ ਉਸ ਲੈਵਲ ਦਾ ਨਹੀਂ ਸੀ ਦੇਖਿਆ ਗਿਆ, ਠੀਕ ਠਾਕ ਲੈਵਲ ਦਾ ਸੀਗਾ, ਪਰ ਡੀਆਈ ਉਹਦੇ ਵਿੱਚ ਵੀ ਵਧੀਆ ਸੀਗੀ। ਲਾਈਨ ਚਾਰਟ 'ਚ ਇਨਕਮ ਐਕਸਪੈਂਡੀਚਰ ਦਾ ਕੁਐਸਚਨ ਸੀਗਾ ਸਾਡਾ, ਡਬਲ ਪਾਈ ਚਾਰਟ ਦਾ ਕੁਐਸਚਨ ਸੀਗਾ ਸਾਡਾ। ਤਾਂ ਇਹੋ ਜਿਹੇ ਕੁਝ ਲੈਵਲ ਦੇ ਜਿਹੜੇ ਕੁਐਸਚਨ ਸੀ ਉਹ ਪੀਪੀਐਸਸੀ 'ਚ ਅਸੀਂ ਹਮੇਸ਼ਾ ਐਕਸਪੈਕਟ ਕਰਦੇ ਹਾਂ ਡੀਆਈ ਇਸ ਲੈਵਲ ਦੀ ਪਾਈ ਜਾਊਗੀ। ਇਸ ਵਾਰ ਵੀ ਜੋ ਨੈਬ ਦਾ ਪੇਪਰ ਹੋਣ ਜਾ ਰਿਹਾ, ਪਰ ਮੈਂ ਨਾਲ ਸਬ ਇੰਸਪੈਕਟਰ ਦੇ ਪੇਪਰ ਦੀ ਵੀ ਗੱਲ ਕਰ ਰਿਹਾ ਕਿ ਜਿਹਦੇ ਵਿੱਚ ਡੀਆਈ ਬਹੁਤ ਜ਼ਿਆਦਾ ਆਉਣੀ ਹੈ। ਤਾਂ ਡੀਆਈ ਥੋੜੀ ਜੀ ਔਖੀ ਡੀਆਈ ਦੀ ਪ੍ਰੈਕਟਿਸ ਕਰਾਂਗੇ ਤਾਂ ਜਿਹੋ ਜੀ ਮਰਜ਼ੀ ਆ ਜੇ ਸਾਰੀ ਵੱਢ ਕੇ ਮਾਰਾਂਗੇ। ਇਹੀ ਆਪਾਂ ਅਖੀਰਲੇ ਦਿਨ ਤੱਕ ਪ੍ਰੈਕਟਿਸ ਕਰਦੇ ਜਾਵਾਂਗੇ। ਨੈਬ ਦੇ ਪੇਪਰ ਤੋਂ ਪਹਿਲਾਂ ਮੈਂ ਮੈਥ ਦਾ ਇੱਕ ਮੈਰਾਥਨ ਸੈਸ਼ਨ ਵੀ ਲਾਉਂਗਾ, ਫੁੱਲ ਸਿਲੇਬਸ ਮੈਰਾਥਨਸ ਵੀ ਹੋਣਗੇ। ਆਉਂਦੇ ਦਿਨਾਂ ਦੇ ਵਿੱਚ ਪਲਾਨ ਹੋ ਰਹੇ ਨੇਗੇ, ਤੁਹਾਡੇ ਨਾਲ ਅਨਾਉਂਸ ਕਰਕੇ ਮੈਰਾਥਨਸ ਮੈਂ ਸ਼ੈਡਿਊਲ ਕਰੂੰਗਾ। ਤੇ ਇਹ ਆਪਣਾ ਅੱਜ ਦਾ ਸੈਸ਼ਨ ਸੀਗਾ ਡੀਆਈ ਦਾ। ਬਾਈ ਬਣ ਕੇ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਇਹਦੀ ਪੀਡੀਐਫ, ਕਿਉਂਕਿ ਇਹ ਰਿਕਾਰਡਡ ਸੈਸ਼ਨ, ਮੈਂ ਇਹ ਸੈਸ਼ਨ ਵੀਰਵਾਰ ਨੂੰ ਰਿਕਾਰਡ ਕਰ ਰਿਹਾ ਹਾਂ, ਪਿਛਲੇ ਵੀਰਵਾਰ ਜਿੱਦਣ ਵੀ ਤੁਸੀਂ ਦੇਖ ਰਹੇ ਹੋਵੋਗੇ ਉਹ ਤੋਂ 2-3 ਦਿਨ ਪਹਿਲਾਂ। ਤਾਂ ਇਹਦੀ ਪੀਡੀਐਫ ਜੇ ਸੈਸ਼ਨ ਖਤਮ ਹੁੰਦਿਆਂ ਨੇ ਤੁਹਾਨੂੰ ਮੈਂ ਪ੍ਰੋਵਾਈਡ ਕਰ ਸਕੇ ਤਾਂ ਮੰਗਲਵਾਰ ਜਾਂ ਬੁੱਧਵਾਰ, ਜਿੱਦਣ ਵੀ ਇਹ ਸੈਸ਼ਨ, ਹੋਪਫੁਲੀ ਸੋਮਵਾਰ ਨੂੰ ਇਹ ਸ਼ੈਡਿਊਲ ਹੋ ਰਿਹਾ ਹੋਣਾ ਜਾਂ ਸ਼ਨੀਵਾਰ ਨੂੰ, ਤਾਂ ਮੰਗਲਵਾਰ ਜਾਂ ਬੁੱਧਵਾਰ ਤੱਕ ਮੈਂ ਇਹਦੀ ਪੀਡੀਐਫ ਫਾਈਲ ਸਕਸੈਸ ਟਰੀ ਪੰਜਾਬ ਦੇ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੂੰਗਾ। ਨਾਲ ਹੀ ਤੁਹਾਡੇ ਮੈਰਾਥਨ ਸੈਸ਼ਨਸ ਦੀ ਅਨਾਉਂਸਮੈਂਟ ਮੈਂ ਕਰੂੰਗਾ। ਮੈਥ ਦਾ ਇਕੱਲੇ ਦਾ ਮੈਰਾਥਨ ਹੋਊਗਾ, ਬਾਕੀ ਸਬਜੈਕਟਸ ਦੇ ਵੀ ਮੈਰਾਥਨ ਹੋਣਗੇ, ਫੁੱਲ ਸਿਲੇਬਸ ਮੈਰਾਥਨ ਹੋਣਗੇ। ਨੈਬ ਦੇ ਲੈਵਲ ਦੇ ਮੈਰਾਥਨ ਸੈਸ਼ਨਸ ਦੇ ਵਿੱਚ ਤੁਸੀਂ ਕੁਐਸਚਨਸ ਦੇਖੋਗੇ। ਅਗਲੇ ਸੈਸ਼ਨਸ ਦੇ ਵਿੱਚ ਮਿਲਾਂਗੇ ਬਾਈ, ਧੰਨਵਾਦ।